ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਸਾਡੇ ਜਲਾਲਪੁਰ ਜੱਟਾਂ ਦੇ ਵਿੱਚ ਸਾਡੇ ਮਹਿਮਾਨ ਨੇ ਜਨਾਬ ਇਸ ਪ੍ਰੋਗਰਾਮ ਦੇ। ਸਾਡੀ ਜਲਾਲਪੁਰ ਜੱਟਾਂ ਫਖਰ ਜਲਾਲਪੁਰ ਜੱਟਾਂ ਸਿਆਸੀ ਸਮਾਜੀ ਸ਼ਖਸੀਅਤ ਨੇ। ਸਮਝ ਲਓ ਇਹਨਾਂ ਦਾ ਨਾਂ ਕਿਸੇ ਤੋਂ ਠੱਕਿਆ ਛੁਪਿਆ ਕੋਈ ਨਹੀਂ ਹੈ। ਇਹਨਾਂ ਦਾ ਜਨਾਬ ਜਲਾਲਪੁਰ ਜੱਟਾਂ 'ਚ ਵੀ, ਆਪਣੇ ਹਲਕਾ ਬਾਬ 'ਚ ਵੀ, ਜ਼ਿਲ੍ਹੇ ਗਿਰਾਜ 'ਚ ਵੀ, ਅਤੇ ਬਾਹਰ ਜਨਾਬ ਜਿਹੜੇ ਮੁਲਕਾਂ 'ਚ ਅਰਬਾਂ 'ਚ ਰਹਿ ਕੇ ਵੀ ਆਏ ਨੇ ਉੱਥੇ ਵੀ ਇਹ ਜਨਾਬ ਉੱਥੇ ਦੀ ਵੀ ਮਸ਼ਹੂਰ ਸ਼ਖਸੀਅਤ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਸਾਡੇ ਮਹਿਮਾਨ ਖਸੂਸੀ ਨੇ ਚੌਧਰੀ ਸ਼ਹਜ਼ਾਦ ਸ਼ੇਰ ਬੜੈਚ ਸਾਹਿਬ। ਅਸੀਂ ਜਨਾਬ ਇਹਨਾਂ ਦੇ ਨਾਲ ਦੋ ਚਾਰ ਗੱਲਾਂ ਪੰਜਾਬੀ 'ਚ ਅਸੀਂ ਆਪਣੀ ਪੰਜਾਬੀ ਮਾਦਰੀ ਜ਼ਬਾਨ ਦੇ ਵਿੱਚ ਅਸੀਂ ਕਰਾਂਗੇ ਇਸ ਹਵਾਲੇ ਦੇ ਨਾਲ ਕਿ ਸਾਡੇ ਜਲਾਲਪੁਰ ਜੱਟਾਂ ਦੇ ਅਸੀਂ ਮਸਾਇਲ ਦੇ ਬਾਰੇ 'ਚ ਇਹਨਾਂ ਨਾਲ ਗੱਲ ਕਰਾਂਗੇ जी। बिस्मिल्लाह, अस्सलाम वालेकुम जनाब। जी वालेकुम सलाम। मेहर साहब की हाल ने? ठीक ठाक हो जनाब? खैरियत से ठीक ठाक हो जनाब जी? अल्हम्दुलिल्लाह, शुक्र अल्हम्दुलिल्लाह जी। बहुत मेहरबानी, बहुत शुक्रिया तुसां सानू अपने प्रोग्राम दे विच दावत दित्ती जी जी और अपने ख्यालात दा इज़हार करन दा मौका दिता जनाब। ते जनाब असीं चौधरी साहब तुहाडे कोल पुछना चाहांगे साडे जलालपुर जट्टां दे कुछ जनाब बुनियादी ਇੱਥੇ ਹਕੂਕ ਨੇ ਜਿਹੜੇ ਸਾਨੂੰ ਅੱਜ ਤੱਕ ਨਹੀਂ ਮਿਲ ਸਕੇ। ਉਸ ਹਵਾਲੇ ਨਾਲ ਤੁਹਾਡੇ ਨਾਲ ਕੋਈ ਚੰਦ ਅਸੀਂ ਗੱਲਾਂ ਕਰਾਂਗੇ। ਪਹਿਲੀ ਤਾਂ ਗੱਲ ਇਹ, ਸਾਡੇ ਜਲਾਲਪੁਰ ਜੱਟਾਂ ਦੇ ਵਿੱਚ ਇੱਕ ਟਰਾਮਾ ਸੈਂਟਰ ਦਾ ਬੜਾ ਚਿਰ ਤੋਂ ਡਰਾਮਾ ਚੱਲ ਰਿਹਾ ਜਨਾਬ ਜੀ। ਅਤੇ ਉਹ ਅਜੇ ਤੱਕ ਕਈ ਘੁੰਮਤਾਂ ਆਈਆਂ ਨੇ ਜਨਾਬ, ਉਹਦੇ ਵਿੱਚ ਵੀ ਉਹ ਮਾਮਲਾ ਜਿਹੜਾ ਨਾ ਉਹ ਸਮਝ ਤੋੜ ਸਿਰੇ ਨਹੀਂ ਚੜ੍ਹ ਸਕਿਆ। ਉਸ ਹਵਾਲੇ ਨਾਲ ਸਾਡਾ ਹੀ ਸਮਝ ਲਓ ਬੁਨਿਆਦੀ ਸਹੂਲੀਅਤ ਤੇ ਸਭ ਤੋਂ ਪਹਿਲਾਂ ਜਨਾਬ ਅਸੀਂ ਇਹੀ ਕਰਾਂਗੇ, ਹਾਸਪਿਟਲ ਤੋਂ ਸਟਾਰਟ ਕਰਾਂਗੇ। ਉਸ ਤੋਂ ਬਾਅਦ ਤਲੀਮ ਦੇ ਬਾਰੇ 'ਚ ਵੀ ਤੁਹਾਡੇ ਨਾਲ ਗੱਲ ਕਰਾਂਗੇ। ਤੁਸੀਂ ਸਭ ਤੋਂ ਪਹਿਲਾਂ ਸਾਨੂੰ ਜਨਾਬ ਹਾਸਪਿਟਲ ਦੇ ਬਾਰੇ 'ਚ ਦੱਸੋ ਜੀ। ਟਰਾਮਾ ਸੈਂਟਰ ਸਾਡਾ ਜਨਾਬ ਬੁਨਿਆਦੀ ਹਕੂਕ ਇਹ ਅਜੇ ਤੱਕ ਕਈ ਸਾਲ ਲੰਘ ਗਏ ਨੇ ਜਨਾਬ, ਇਹ ਨਹੀਂ ਬਣ ਸਕਿਆ। ਇਹਦੇ ਬਾਰੇ 'ਚ ਤੁਹਾਡਾ ਕੀ ਇਜ਼ਹਾਰ ਹੈ ਹਾਲ ਜਨਾਬ? मेहर साहब, बड़ा अच्छा सवाल तुसां कीता। मैं इस बारे विच एक छोटी जी मिसाल देना चाहांगा। मैं अपनी जिहड़ी जिंदगी है तकरीबन 17 तो 18 साल मैं बरूने मुल्क गुजारे ने और बाहर रह के जिहड़ियां चीज़ां मैं अपने अखीं देखियां ने, जिहड़ियां प्रैक्टिकली अपना भी कीतियां भी ने ते उत्थे दे लोकां दी जिंदगी भी वेखी है जिहड़े उत्थे दे नैशनल ने जी जी। उन्हां दी जिहड़ी अवलीन तरजीह है ਉਹ ਸਿਹਤ ਹੈ, ਤਾਲੀਮ ਹੈ। ਉਸ ਤੋਂ ਬਾਅਦ ਆਪਣਾ ਹਰ ਲਿਹਾਜ਼ ਦੇ ਨਾਲ ਉਹ ਆਪਣਾ ਜਿਹੜਾ ਨਾ ਆਪਣੀ ਆਵਾਮ ਨੂੰ ਸਹੂਲਤ ਦਿੰਦੇ ਨੇ ਉਹ ਲੋਕ ਜੀ ਜੀ। ਠੀਕ ਹੈ ਜੀ। ਸਿਹਤ ਹੈ ਉਹ ਬਿਲਕੁਲ ਆਪਣਾ ਫ੍ਰੀ ਇਲਾਜ ਕਰਦੇ ਨੇ। ਠੀਕ ਹੈ ਜੀ। ਅਗਰ ਤਾਲੀਮ ਹੈ ਤਲੀਮ ਦੇ ਹਵਾਲੇ ਦੇ ਨਾਲ ਵੀ ਉਹ ਹਰ ਕਿਸਮ ਦੀ ਹਰ ਲਿਹਾਜ਼ ਦੇ ਨਾਲ ਉਹ ਸਪੋਰਟ ਕਰਦੇ ਨੇ। ਉਸ ਤੋਂ ਇਲਾਵਾ और काफ़ी सारिया ऐसिया चीज़ां ने मैं अपनी जिंदगी दे विच देखा कि अगर कोई एमरजेंसी को मामला हुंदा होवे ते ओ अगर रोड दे वेखण ना कि मरीज़ की जान जा रही है या ये बहुत लेट हो जाएगा हॉस्पिटल पहुँचने तक इहदी जान भी जा सकती, रोड दे सेंटर दे विच भी उन्हें हैलीकॉप्टर ला के ते उन्होंने बंदा चुक के लै जाना। उन्होंने जाके उन्होंने फौरी तौर पर उन्होंने तिब्बी जिहड़ियां ने अपना सहूलियात उन्हें देनियां ने, उन्हें कोशिश करनी है कि हर लिहाज नाल इहदी जान बाजे क्योंकि उत्थे ਦੀਆਂ ਬਾਹਰ ਦੀਆਂ ਗੌਰਮੈਂਟਾਂ ਵੀ ਸਟਰੋਂਗ ਨੇ, ਉੱਥੇ ਬੰਦੇ ਵੀ ਇਮਾਨਦਾਰ ਨੇ ਜਨਾਬ ਤੇ ਬੰਦੇ ਵੀ ਇਮਾਨਦਾਰ ਨੇ ਤੇ ਹਕੂਮਤਾਂ ਵੀ ਇਮਾਨਦਾਰ ਨੇ, ਨਿਜ਼ਾਮ ਸਾਰੇ ਚੱਲਦੇ ਨੇ। ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸਾਡੀ ਜਨਾਬ ਇੱਕ ਬੜਾ ਟ੍ਰੈਫਿਕ ਦਾ ਮਸਾਇਲ ਹੈ ਸਾਡੇ ਸ਼ਹਿਰ ਜਲਾਲਪੁਰ ਜੱਟਾਂ ਦੇ ਵਿੱਚ। ਅਕਸਰ ਜਿਹੜੇ ਵੇਲੇ ਸਕੂਲ ਦੇ ਟਾਈਮ ਛੁੱਟੀ ਦੇ ਟਾਈਮ ਇਹ ਸਕੂਲ ਛੁੱਟੀ ਹੁੰਦੀ ਹੈ ਤੇ ਸ਼ਹਿਰ ਦੇ ਅੰਦਰੂਨ ਦੇ ਵਿੱਚ ਸਾਡੇ ਸ਼ਹਿਰ ਦਾ ਬੜਾ ਮਸਲਾ ਹੈ ਜਨਾਬ ਕਿ ਟ੍ਰੈਫਿਕ ਬਲਾਕ ਹੋ ਜਾਂਦੀ ਹੈ। ਉਸ ਹਵਾਲੇ ਨਾਲ ਸਾਨੂੰ ਕੋਈ ਤਰਤੀਬ ਦਿਓ। ਤੁਸੀਂ ਸਮਝ ਲਓ ਬਾਹਰ ਕੰਟਰੀਆਂ 'ਚ ਤੁਸੀਂ ਰਹਿ ਕੇ ਆਏ ਹੋ, ਅਰਬ ਦੇ ਵਿੱਚ ਤੁਸੀਂ ਤਕਰੀਬਨ ਸਾਰੇ ਮੇਰੇ ਸੁਣਨੇ 'ਚ ਆਇਆ ਕਿ ਸਾਰੇ ਅਰਬ ਮੁਲਕ ਤੋਂ ਫਿਰੇ ਨੇ। ਉਸ ਹਵਾਲੇ ਨਾਲ ਸਾਡੇ ਸ਼ਹਿਰ ਦੇ ਬਾਰੇ 'ਚ ਕੋਈ ਮਸਾਇਲ ਦਾ ਉਹ ਹੱਲ ਨਿਕਲੇ ਕਿ ਜਨਾਬ ਇਹ ਟ੍ਰੈਫਿਕ ਦਾ ਮਸਾਇਲ ਸਾਡਾ ਹੱਲ ਹੋਵੇ। मेहर साहब, बड़ा अच्छा सवाल है। देखो ये पाकिस्तान ਦੇ ਵਿੱਚ ਅਸੀਂ ਮੈਂ ਬੋਰਨ ਬਾਹਰ ਦਾ, ਪੈਦਾਇਸ਼ ਮੇਰੀ ਬਾਹਰ ਦੀ ਹੈ, ਮੈਂ ਜ਼ਿੰਦਗੀ ਵੀ ਬਾਹਰ ਗੁਜ਼ਾਰੀ ਹੈ। ਉੱਥੇ ਦੇ ਇੱਥੇ ਦੇ ਨਿਜ਼ਾਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਜੀ। ਇਹਦੇ ਬਰਕਸ ਪਾਕਿਸਤਾਨ ਦੇ ਵਿੱਚ ਜਿਹੜਾ ਮੋਟਰਵੇ ਜਿਹੜਾ ਬਣੇ ਐਵੇਂ ਜੀ ਜੀ, ਇਸ ਚੀਜ਼ ਨੂੰ ਮੈਂ ਬਰਾਬਰੀ ਦੀ ਸਤ੍ਹਾ ਦੇ ਸਕਦਾ ਵਾਂ ਕਿ ਬਰੂਨੇ ਮਮਾਲਕ ਦੇ ਜਿਹੜੇ ਰੋਡ ਨੇ ਔਰ ਮੋਟਰਵੇ ਜਿਹੜੀ ਹੈ ਜੀ ਜੀ ਇਹ ਉਸ ਮਿਆਰ ਦੇ ਮੁਤਾਬਕ ਠੀਕ ਹੈ। ਅਗਰ ਅਸੀਂ GT ਰੋਡ ਵਾਲੇ ਪਾਸੇ ਆ ਜਾਂਦੇ ਹਾਂ, ਇੱਕ ਲੋਕਲ ਜ਼ਿੰਦਗੀ ਦੇ ਵਿੱਚ, ਇੱਕ ਸੋਸ਼ਲ ਲਾਈਫ ਜਿਹਦੇ ਵਿੱਚ ਜਿਸਲੇ ਅਸੀਂ ਆ ਜਾਂਦੇ ਹਾਂ ਜੀ ਜੀ, ਦੇਖੋ ਬਾਹਰ ਰੋਡ ਟਰਾਂਸਪੋਰਟ ਅਥਾਰਟੀ ਜੀ ਜੀ ਠੀਕ ਹੈ ਜੀ, ਉਹਨਾਂ ਦੇ ਇੱਕ ਆਪਣੇ ਇੰਸਟੀਟਿਊਟ ਨੇ ਜਿੱਥੇ ਬਕਾਇਦਾ ਜਿਹੜਾ ਨਾ ਜਿਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਅਗਰ 5 ਸਾਲ ਦਾ ਬੱਚਾ ਸਕੂਲ ਜਾਂਦਾ ਤੇ ਉਹਨੂੰ ਤਾਲੀਮ ਦਿੱਤੀ ਜਾਂਦੀ, ਉਹਦੇ ਹੱਥ 'ਚ ਕਿਤਾਬਾਂ ਹੁੰਦੀਆਂ ਨੇ, ਪੈਨਸਲ ਹੁੰਦੀ ਹੈ। ਇਸੇ ਤਰ੍ਹਾਂ ਲਾਇਸੈਂਸ ਦੇ ਹਸੂਲ ਵਾਸਤੇ ਵੀ ਉੱਥੇ ਸਕੂਲ ਦੇ ਵਿੱਚ ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਲੈਣਾ ਪੈਂਦਾ।
ਬਕਾਇਦਾ ਫਿਰ ਉਹ ਜਿਹੜੀ ਟ੍ਰੇਨਿੰਗ ਦਿੰਦੇ ਨੇ, ਜਿਹੜੀਆਂ ਬੁੱਕਸ ਹੁੰਦੀਆਂ ਨੇ, ਉਹਨਾਂ ਬੁੱਕਸ ਦੇ ਵਿੱਚ ਬਕਾਇਦਾ ਮੁਕੰਮਲ ਜਿਹੜਾ ਨਿਸਾਬ ਹੁੰਦਾ ਵੇ ਟ੍ਰੈਫਿਕ ਦਾ, ਜੀ ਉਹ ਟ੍ਰੈਫਿਕ ਦਾ ਨਿਸਾਬ ਜਿਹੜਾ ਕਿਤਾਬ ਦੇ ਵਿੱਚ ਮੌਜੂਦ ਹੈ, ਉਹ ਹੀ ਪੂਰੇ ਮੁਲਕ ਦੇ ਵਿੱਚ ਨਿਜ਼ਾਮ। ਠੀਕ ਹੈ ਜੀ। ਉਹ ਅਗਰ ਤੁਸੀਂ ਉੱਥੋਂ ਤਾਲੀਮ ਲੈ ਕੇ, ਲਾਇਸੈਂਸ ਲੈ ਕੇ ਤੁਸੀਂ ਅਗਰ ਪ੍ਰੈਕਟੀਕਲੀ ਜਿਹੜਾ ਫਿਰ ਤੁਸੀਂ ਰੋਡ ਦੇ ਉੱਤੇ ਅਗਰ ਤੁਸੀਂ ਡਰਾਈਵ ਕਰਦੇ ਹੋ ਜੀ ਤੇ ਉਹ ਚੀਜ਼ਾਂ ਜਿਹੜੀਆਂ ਨੇ ਫਿਰ ਉਹ ਤੁਹਾਡੇ ਵਾਸਤੇ ਬੜੀਆਂ ਫਾਇਦਾਮੰਦ ਵੀ ਸਾਬਤ ਹੁੰਦੀਆਂ ਨੇ। ਤੁਸੀਂ ਆਪਣਾ ਟ੍ਰੇਨਿੰਗ ਲਈ ਹੁੰਦੀ, ਤੁਹਾਨੂੰ ਪਤਾ ਹੁੰਦਾ ਹੈ ਕਿ ਜੀ ਇਹ ਸਾਈਨ ਬੋਰਡ ਹੈ ਜੀ, ਇਹ ਅੱਗੇ ਜੰਪ ਆ ਗਿਆ ਵੇ, ਜਾਂ ਅੱਗੇ ਰਾਈਟ ਰੋਡ ਮੁੜਨਾ ਜਾਂ ਲੈਫਟ ਰੋਡ ਮੁੜਨਾ। ਜੀ ਲੇਕਿਨ ਅਸੀਂ ਹੁਣ ਪਾਕਿਸਤਾਨ ਦੀ ਤਰਫ ਆ ਜਾਈਏ ਤੇ ਇਸ ਮੁਲਕ ਦੇ ਵਿੱਚ ਇਹ ਜਿਹੜਾ ਇੱਕ ਆਪਣਾ ਅਸੀਂ ਸੋਸ਼ਲ ਜਿਹੜਾ ਆਪਣਾ ਲੋਕਲ ਜੀਟੀ ਰੋਡ ਦੀ ਅਸੀਂ ਗੱਲ ਕਰ ਰਹੇ ਹਾਂ, ਜੀ ਇੱਥੇ ਕੋਈ ਨਿਜ਼ਾਮ ਨਹੀਂ ਕਿਸੇ ਕਿਸਮ ਦਾ, ਕਾਨੂੰਨ ਨਹੀਂ ਹੈ। ਕਾਨੂੰਨ ਤੁਸੀਂ ਕਹਿ ਲਓ ਕਿ ਕਾਨੂੰਨ ਹੈ ਵੇ, ਜੀ ਅਮਲ ਦਰਾਮਦ ਉਹਦੇ ਤੇ ਕੋਈ ਨਹੀਂ। ਅਸੀਂ ਚਲੋ ਅਸੀਂ ਲਾਸਟ ਟਾਈਮ ਅਸੀਂ ਦੇਖਿਆ ਕਿ ਇੱਥੇ ਆਪਣਾ ਜੀ ਹੈਲਮਟ ਦੇ ਉੱਤੇ ਉਹਨਾਂ ਸਖਤੀ ਕਰ ਦਿੱਤੀ ਹੈ। ਹੈਲਮਟ ਇੱਕ ਅੱਛੀ ਚੀਜ਼ ਹੈ ਸੇਫਟੀ ਵਾਸਤੇ, ਉਹ ਤੁਸੀਂ ਲਾਓ ਤੇ ਉਹਦੇ 'ਚ ਕਾਫੀ ਸਾਰੀ ਬਚਤ ਹੋ ਸਕਦੀ ਹੈ ਜੀ ਬੰਦੇ ਦੀ ਆਪਣਾ, ਕਿਉਂਕਿ ਮੇਨ ਚੀਜ਼ ਹੈ ਬੰਦੇ ਦਾ ਜਿਹੜਾ ਹੈਡ ਹੈ, ਬ੍ਰੇਨ ਹੈ। ਅਗਰ ਕੋਈ ਅੱਲਾ ਨਾ ਕਰੇ ਮੋਟਰਸਾਈਕਲ ਤੋਂ ਕੋਈ ਹਾਦਸਾ ਹੋ ਜਾਂਦਾ ਜੀ ਤੇ ਉਹਦੇ 'ਚ ਤੁਹਾਡੀ ਬਚਤ ਜਿਹੜੀ ਹੈ ਨਾ ਉਹ ਹੋ ਸਕਦੀ ਹੈ ਹੈਲਮਟ ਦੇ ਨਾਲ। ਤੇ ਇਹਨਾਂ ਨੇ ਕਾਨੂੰਨ ਤੇ ਚਲੋ ਇਹ ਕੱਢਿਆ, ਅੱਛੀ ਗੱਲ ਹੈ, ਲੇਕਿਨ ਇਹ ਵੇ ਕਿ ਇੱਥੇ ਮੈਂ ਅਕਸਰ ਦੇਖਿਆ ਰੋਡ ਤੇ ਜਾਂਦੇ ਆ ਕਿ ਮੋਟਰਸਾਈਕਲ ਵਾਲੇ ਜਿਹੜੇ ਨੇ ਉਹ ਹੈਲਮਟ ਪਾ ਕੇ ਤੇ ਜ਼ਿਆਦਾ ਹਾਦਸਾ ਦਾ ਸ਼ਿਕਾਰ ਹੋ ਜਾਂਦੇ ਨੇ ਬੰਦੇ। ਠੀਕ ਹੈ ਬਈ ਮਿਸਾਲ ਤੌਰ ਤੇ ਇਹਨੇ ਹੈਲਮਟ ਪਾ ਲੈਣਾ ਬੰਦਿਆਂ ਨੇ, ਹੁਣ ਇੱਥੇ ਬੰਦੇ ਉਹਨਾਂ ਦੀ ਪ੍ਰੈਕਟਿਸ ਲਾਈਫ ਦੇ ਵਿੱਚ ਇਹ ਵੇ ਕਿ ਪਿੱਛੋਂ ਆਵਾਜ਼ ਸੁਣਨੀ ਹੈ, ਪਿੱਛੇ ਵੇਖਣਾ ਰਾਈਟ ਲੈਫਟ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ। ਅਗਰ ਅਸੀਂ ਰੋਡ ਤੇ ਚੜ੍ਹਨੇ ਆ ਤੇ ਅਸੀਂ ਚੜ੍ਹਨੇ ਆ ਤੇ ਲਾਜ਼ਮ ਗੱਲ ਹੈ ਕਿ ਅਸਾਂ ਉੱਥੇ ਪਹਿਲਾਂ ਬ੍ਰੇਕ ਲਾਣੀ ਹੈ, ਪਹਿਲਾਂ ਅਸਾਂ ਰਾਈਟ ਵੇਖਣਾ, ਫਿਰ ਅਸਾਂ ਲੈਫਟ ਵੇਖਣਾ, ਫਿਰ ਰੋਡ ਦੇ ਉੱਤੇ ਐਂਟਰ ਹੋਣਾ। ਅੱਛਾ, ਮੇਰਾ ਨਾ ਸਵਾਲ ਮੈਂ ਜਿਹੜਾ ਕੀਤਾ ਉਹਦਾ ਤੁਸੀਂ ਜਵਾਬ ਜਿਹੜਾ ਨਾ ਕੁਝ ਥੋੜਾ ਜਿਹਾ ਮੈਨੂੰ ਮੇਰੀ ਸਮਝ ਚ ਆਇਆ, ਜੀ ਥੋੜਾ ਜਿਹਾ ਸਮਝ ਨਹੀਂ ਆਇਆ ਮਾਮਲਾ। ਤਾਂ ਬਾਹਰ ਵੀ ਅਸੀਂ ਵੀ ਦੇਖਿਆ, ਮੈਂ ਬਾਹਰ ਚਲੋ ਕੰਟਰੀਆਂ 'ਚ ਤਾਂ ਨਹੀਂ ਫਿਰਿਆ, 1-2 ਮੁਲਕਾਂ 'ਚ ਮੈਂ ਗਿਆ, ਸਾਊਦੀ ਅਰਬ ਤੇ 1 ਮਹੀਨੇ ਵਾਸਤੇ ਮੈਂ ਦੁਬਈ ਵਿਜ਼ਿਟ ਕੀਤਾ। ਉੱਥੇ ਮੇਰੇ ਸੁਣਨ 'ਚ ਇਹ ਅਮਲ ਆਇਆ ਕਿ ਅਗਰ ਸ਼ਹਿਰ ਦੇ ਵਿੱਚ ਅੰਦਰੂਨ ਦੇ ਵਿੱਚ ਟ੍ਰੈਫਿਕ ਜਾਮ ਹੋਣ ਲੱਗ ਪੈਂਦੀ ਹੈ ਸਕੂਲ ਦੀ ਵਜ੍ਹਾ ਤੋਂ ਜਾਂ ਕਿਸੇ ਮਾਲ ਦੀ ਵਜ੍ਹਾ ਤੋਂ ਜਾਂ ਕਿਸੇ ਸ਼ਾਪ ਮਾਰਕੀਟ ਦੀ ਵਜ੍ਹਾ ਤੋਂ, ਉਹ ਚੀਜ਼ ਜਿਹੜੀ ਹੈ ਨਾ ਉਹ ਸਮਝ ਲਓ ਬਾਹਰ ਡਿਵੈਲਪ, ਉੱਥੋਂ ਉਹ ਬੰਦ ਕਰਕੇ ਬਾਹਰ ਡਿਵੈਲਪ ਕਰਦੇ ਨੇ। ਸਾਨੂੰ ਇਹਦੇ ਮਾਮਲੇ 'ਚ ਕੀ ਚਾਹੀਦਾ? ਸਾਡੇ ਜਿਹੜੇ ਅੰਦਰੂਨ ਦੇ ਸਕੂਲ ਨੇ ਉਹਨਾਂ ਨੂੰ ਸਾਡੀ ਗੌਰਮੈਂਟ ਨੂੰ ਚਾਹੀਦਾ ਕਿ ਬਾਹਰ ਮੇਨ ਰੋਡਾਂ ਦੇ ਉੱਤੇ ਆਉਣੇ ਚਾਹੀਦੇ ਨੇ। ਇਹਦਾ ਤੁਸੀਂ ਕੋਈ ਜਵਾਬ ਦਿਓ ਜਨਾਬ ਮੈਨੂੰ ਇਹਦੇ ਬਾਰੇ। ਜੀ ਬੜੀ ਅੱਛੀ ਤੁਸੀਂ ਗੱਲ ਕੀਤੀ ਹੈ ਵੀ ਜਲਾਲਪੁਰ ਦੇ ਜੱਟਾਂ ਦਾ ਇੱਕ ਬੁਨਿਆਦੀ ਮਸਲਾ ਹੈ ਜੀ। ਇੱਥੇ ਕਾਫੀ ਸਾਰੇ ਬਾਸ਼ਊਰ ਲੋਕ ਵੀ ਨੇ ਤੇ ਆਪਣਾ ਆਵਾਮ ਵੀ ਅੱਜ ਕੱਲ ਸੋਸ਼ਲ ਮੀਡੀਆ ਵੇ ਬਾਸ਼ਊਰ ਆਪਣਾ ਆਵਾਮ ਵੀ ਹੈ, ਔਰ ਕਾਫੀ ਸਾਰੇ ਆਪਣਾ ਜਿਹੜੇ ਪੜ੍ਹੇ ਲਿਖੇ ਵੀ ਆਪਣਾ ਵੀ ਸਾਡੇ ਆਪਣਾ ਲੋਕ ਨੇ, ਉਹ ਮਾਸ਼ਾਅੱਲਾ ਹਰ ਚੀਜ਼ ਨੂੰ ਜਾਣਦੇ ਨੇ। ਬੜੀ ਅੱਛੀ ਤੁਸੀਂ ਗੱਲ ਕੀਤੀ ਹੈ। ਦੇਖੋ ਸਿਟੀ ਏਰੀਆ ਜਿਹੜਾ ਨਾ ਕਾਨੂੰਨੀ ਤੌਰ ਦੇ ਉੱਤੇ ਜਲਾਲਪੁਰ ਜੱਟਾਂ ਸਿਟੀ ਏਰੀਆ ਦੇ ਵਿੱਚ ਇੰਡਸਟਰੀਅਲ ਏਰੀਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਮੇਰਾ ਇੱਕ ਜ਼ਾਤੀ ਖਿਆਲ ਹੈ ਕਿ ਜਲਾਲਪੁਰ ਜੱਟਾਂ ਅੰਦਰੂਨ ਦੇ ਵਿੱਚ ਜਿੰਨਾ ਵੀ ਆਪਣਾ ਸ਼ੋਰ ਸ਼ਰਾਬੇ ਵਾਲੀਆਂ ਚੀਜ਼ਾਂ ਨੇ, ਜਿਵੇਂ ਤੁਸੀਂ ਕਹਿ ਲਵੋ ਕਿ ਇੱਕ ਵੈਲਡਿੰਗ ਦੀ ਦੁਕਾਨ ਹੈ, ਉਹ ਹੁਣ ਕਿਸੇ ਗਲੀ ਮੁਹੱਲੇ ਦੇ ਵਿੱਚ ਪੈ ਗਈ, ਉਹ ਮੈਂ ਦੇਖਿਆ ਕਈ ਵਾਰੀ ਲੋਕਾਂ ਨੂੰ, ਉਹ ਸਮਝ ਲਓ ਕਚਰਾ ਉੱਡ ਕੇ ਸਮਝ ਲਓ ਬੰਦਿਆਂ ਦੀਆਂ ਅੱਖਾਂ 'ਚ ਪੈਂਦਾ ਪਿਆ, ਕੱਪੜਿਆਂ 'ਤੇ ਪੈਂਦਾ ਪਿਆ ਜਨਾਬ। ਉਸ ਵਾਸਤੇ ਬਲਦੀਆ ਦਾ ਜਾਂ ਜਿਹੜੇ ਅਦਾਰੇ ਇੱਥੇ ਬਣੇ ਨੇ ਉਹਨਾਂ ਦਾ ਇਹਨਾਂ ਦਾ ਬਿਲਕੁਲ ਕੋਈ ਧਿਆਨ ਨਹੀਂ ਜੀ। ਉੱਥੇ ਬਾਹਰ ਸਿਸਟਮ ਇਹ ਵੇ ਕਿ ਜਿੰਨਾ ਵੀ ਇੰਡਸਟਰੀਅਲ ਏਰੀਆ ਹੈ ਉਹ ਸਿਟੀ ਤੋਂ ਹਟ ਕੇ ਸਕੂਲ ਵੀ ਇਸੇ ਤਰ੍ਹਾਂ ਠੀਕ ਹੈ ਤੁਹਾਡੇ ਵਾਲੀ ਗੱਲ ਕਿ ਸਕੂਲ ਵੀ ਅਗਰ ਹੋਣ ਸ਼ਹਿਰ ਦੇ ਬਾਹਰ ਵੀ ਹੋਣ, ਤੇ ਦੂਸਰਾ ਜਿਹੜੀ ਹੈਵੀ ਟ੍ਰੈਫਿਕ ਹੈ ਜਿਹੜੀ ਜਲਾਲਪੁਰ ਜੱਟਾਂ ਦੇ ਅੰਦਰ ਐਂਟਰ ਹੋ ਰਹੀ ਹੈ, ਉਹਦਾ ਇੱਕ ਟਾਈਮ ਟੇਬਲ ਹੋਵੇ। ਠੀਕ ਹੈ, ਕਿਉਂਕਿ ਬਾਹਰ ਦੇ ਮੁਲਕਾਂ ਦੇ ਵਿੱਚ ਟਾਈਮ ਟੇਬਲ ਨੇ, 3 ਟਾਈਮ ਨੇ। ਕੁਝ ਰੋਡ ਐਸੇ ਨੇ ਕਿ ਜਿਹੜੇ ਮਿਡਨਾਈਟ ਬੰਦ ਨੇ ਯਾਨੀ ਕਿ ਉਹ ਰਾਤ 12 ਤੋਂ ਲੈ ਕੇ ਤੇ ਸਵੇਰ 6 ਵਜੇ ਤੱਕ ਜਿਹੜਾ ਨਾ ਉਹ ਰੋਡ ਓਪਨ ਹੈ, ਉਸ ਤੋਂ ਇਲਾਵਾ ਬੰਦ ਹੈ। ਕਿਉਂਕਿ ਅਗਰ ਉਹ ਦਿਨ ਦੇ ਟਾਈਮ ਹੈਵੀ ਵਾਹੀਕਲ ਜਿਹੜੀ ਉਹ ਸ਼ਹਿਰ 'ਚ ਐਂਟਰ ਹੋਵੇਗੀ, ਉਹਦੇ ਨਾਲ ਟ੍ਰੈਫਿਕ ਦੀ ਬਲੋਕੇਜ ਹੋਵੇਗੀ। ਠੀਕ ਹੈ, ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜਲਾਲਪੁਰ ਜੱਟਾਂ ਮਿਊਨਿਸਪੈਲਿਟੀ ਦਾ ਅਸਲ ਜਿਹੜਾ ਨਾ ਜ਼ਿੰਮੇਵਾਰੀ ਇਹ ਅਗਰ ਖੁਦ ਮੁਖਤਾਰ ਹੋਵੇ ਬਲਦੀਆ ਜਲਾਲਪੁਰ ਜੱਟਾਂ ਦੀ, ਤੇ ਬੜੇ ਜਿਹੇ ਮਾਮਲਾਤ ਤੇ ਬੜੇ ਜਿਹੇ ਮਸਾਇਲ ਸਾਡੇ ਹੱਲ ਹੋ ਸਕਦੇ ਨੇ। ਅੱਛਾ, ਦੂਸਰਾ ਮੇਰਾ ਇੱਕ ਪੁਆਇੰਟ ਹੈ ਕਿ ਸਾਡੇ ਜਲਾਲਪੁਰ ਜੱਟਾਂ ਦੇ ਵਿੱਚ ਨਾ ਸਕੂਲ ਜਿਹੜੇ ਨੇ ਸਮਝ ਲਓ ਪ੍ਰਾਈਵੇਟ ਬਹੁਤ ਜ਼ਿਆਦਾ ਨੇ। ਕਾਰੋਬਾਰੀ ਲਿਹਾਜ਼ ਨਾਲ ਦੇਖਿਆ ਜਾਏ ਜਾਂ ਵੇਖਿਆ ਜਾਏ, ਪੰਜਾਬੀ 'ਚ ਅਸੀਂ ਗੱਲ ਕਰਾਂਗੇ। ਪਹਿਲੀ ਗੱਲ ਇਹ ਵੇ ਕਿ ਜਨਾਬ ਤਾਦਾਦ ਬਹੁਤ ਜ਼ਿਆਦਾ, ਕਿਉਂਕਿ ਸਾਨੂੰ ਇਹ ਇਲਾਕਾ ਸਮਝ ਲਓ ਜਿਹੜਾ ਨਾ ਇਹ ਜਿਹੜਾ ਸਾਡੇ ਇਲਾਕੇ 'ਚ ਜਿਹੜੇ ਨੇ ਗਾਉਂ ਬੜੇ ਪੈਂਦੇ ਨੇ ਜੀ, ਉਹਦੇ ਲਿਹਾਜ਼ ਨਾਲ ਆਬਾਦੀ ਬਹੁਤ ਜ਼ਿਆਦਾ ਹੈ।
ਬੱਚੇ ਬਹੁਤ ਜ਼ਿਆਦਾ ਨੇ, ਸਮਝ ਆਈਏ ਆਬਾਦੀ ਦੇ ਲਿਹਾਜ਼ ਨਾਲ, ਤੇ ਸਕੂਲ ਬਹੁਤ ਸਰਕਾਰੀ ਕੰਮ ਨੇ। ਇਸ ਹਵਾਲੇ ਨਾਲ ਸਾਡਾ ਜਨਾਬ ਹਕੂਮਤ ਵਾਸਤੇ ਜਾਂ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰੋ ਸਾਡੇ ਅੱਗੇ ਵੀ ਕੀ ਹੋਣਾ ਚਾਹੀਦਾ, ਸਕੂਲ ਬਣਨੇ ਚਾਹੀਦੇ ਨੇ ਹੋਰ? ਦੇਖੋ ਜੀ, ਤਾਲੀਮ ਜਿਹੜੀ ਹੈ ਸਾਡੀ ਫਸਟ ਜਿਹੜੀ ਆਪਣਾ ਗਵਰਨਮੈਂਟ ਦੀ ਪਾਲਿਸੀ ਜਿਹੜੀ ਹੋਣੀ ਚਾਹੀਦੀ, ਉਹਦਾ ਫੋਕਸ ਤਾਲੀਮ ਦੇ ਉੱਤੇ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਕੌਮਾਂ ਅੱਜ ਤੱਕ ਅੱਗੇ ਨਿਕਲ ਗਈਆਂ ਨੇ ਉਹਨਾਂ ਦੀ ਅਸਲ ਬੁਨਿਆਦੀ ਵਜ੍ਹਾ ਇਹ ਹੈ ਕਿ ਉਹਨਾਂ ਤਾਲੀਮ ਤੇ ਫੋਕਸ ਕੀਤਾ ਹੈ, ਪੜ੍ਹ ਲਿਖ ਗਏ ਨੇ। ਇਹਦੇ ਹੀ ਤੁਸੀਂ ਬਰਕਸ ਦੇਖ ਲਵੋ, ਆਪਣਾ ਸਾਡੇ ਹਮਸਾਏ ਮੁਲਕ ਨੇ, ਤੁਸੀਂ ਮੈਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਮੈਂ ਮੈਡਲਿਸਟ ਦੇ ਵਿੱਚ ਰਿਹਾ ਹਾਂ ਜੀ ਜੀ। ਇੰਡੀਅਨਸ ਜਿਹੜੇ ਨੇ ਉਹ ਪੜ੍ਹ ਲਿਖ ਕੇ ਤੇ ਉਹ ਬੜੇ ਸਾਡੇ ਤੋਂ ਅੱਗੇ ਚਲੇ ਗਏ, ਲੇਕਿਨ ਬਾਹਰ ਜਿੱਥੇ ਵੀ ਜਾਈਏ ਨਾ ਜਨਾਬ, ਉਹਨਾਂ ਦਾ ਸਮਝ ਲਓ ਕਾਰੋਬਾਰ ਵੀ ਬਹੁਤ ਵਸੀ ਨੇ, ਬਿਲਕੁਲ, ਤੇ ਬਹੁਤ ਟਾਪ ਤੇ ਸਮਝ ਲਓ ਪੋਸਟਰ ਬਿਜ਼ਨਸਮੈਨ ਨੇ, ਉਹ ਇਨਵੈਸਟਰਸ ਵੀ ਨੇ, ਬਿਜ਼ਨਸਮੈਨ ਵੀ ਨੇ, ਔਰ ਉਹਨਾਂ ਦਾ ਇੱਕ ਆਮ ਤਮਾਮ ਬੰਦਾ ਵੀ ਜਿਹੜਾ ਨਾ ਉਹ ਪੜ੍ਹਿਆ ਲਿਖਿਆ ਹੋਵੇਗਾ। ਅੱਛਾ, ਇਸ ਤੋਂ ਇਲਾਵਾ ਮੈਂ ਫੇਰ ਤੁਹਾਡੇ ਨਾਲ ਗੱਲ ਕਰਾਂਗਾ ਸ਼ਹਿਰ ਦੇ ਅਹਿਮ ਮਸਾਇਲ ਸਾਡਾ ਪਾਣੀ ਦੀ ਨਿਕਾਸੀ ਦਾ। ਜੀ ਜੀ। ਉਸ ਹਵਾਲੇ ਨਾਲ ਮੈਂ ਗੱਲ ਕਰਾਂਗਾ, ਜਿਹੜਾ ਅਸੀਂ ਵੀ ਛੋਟੇ ਹੁੰਦੇ ਆ, ਤੂੰ ਸਮਝ ਲਓ ਲੈ ਕੇ ਵੇਖਦੇ ਆ ਕਿ ਸਾਡਾ ਪਾਣੀ ਦਾ ਜਿਹੜਾ ਨਿਕਾਸੀ ਦਾ ਨਿਜ਼ਾਮ ਹੈ ਕੁਝ ਕਾਫੀ ਸ਼ਹਿਰਾਂ ਤੋਂ ਸਮਝ ਲਓ ਹਟ ਕੇ, ਸਮਝ ਲਓ ਸ਼ਹਿਰ ਗੁਜਰਾਤ ਨੂੰ ਵੇਖਿਆ ਜਾਏ ਤੇ ਸਾਡਾ ਸ਼ਹਿਰ ਦਾ ਨਿਜ਼ਾਮ ਜਿਹੜਾ ਪਾਣੀ ਦੀ ਨਿਕਾਸੀ ਦਾ ਕਾਫੀ ਹੱਦ ਤੱਕ ਬਿਹਤਰ ਹੈ। ਸਫਾਈ ਦਾ ਚਲੋ ਨਿਜ਼ਾਮ ਚਲੋ ਇਹ ਬਲਦੀਆ ਦੇ ਥਰੂ ਚਲੋ ਮਾਮਲਾ ਤਾਂ ਪਿਛਾਂ ਹੁੰਦੇ ਰਹਿੰਦੇ ਨੇ। ਸਫਾਈ ਦੇ ਪਾਣੀ ਦੀ ਨਿਕਾਸੀ ਦੇ ਹਵਾਲੇ ਨਾਲ ਜਿਹੜਾ ਹੁਣ ਕੋ ਥੋੜਾ ਜਿਹਾ ਨਿਜ਼ਾਮ ਬਣਨ ਲੱਗਾ, ਸਮਝ ਲਓ ਕੋ ਗ੍ਰਾਂਟ ਮਨਜ਼ੂਰ ਹੋਈ ਹੈ ਸਾਡੇ ਸ਼ਹਿਰ ਜਲਾਲਪੁਰ ਜੱਟਾਂ ਵਾਸਤੇ। ਉਸ ਹਵਾਲੇ ਨਾਲ ਤੁਹਾਡੇ ਅੱਗੇ ਸਵਾਲ ਕਰਾਂਗੇ ਕਿ ਇਹ ਸੁਣਿਆ ਕਿ ਅੰਡਰਗਰਾਊਂਡ ਪੈਪ ਪੈਣ ਲੱਗੇ ਨੇ, ਇਹਦੇ ਬਾਰੇ ਤੁਹਾਡਾ ਕੀ ਜ਼ਾਹਰ ਹੈ ਖਿਆਲ ਜਨਾਬ? देखो जी, कोई भी काम में किसी पॉलिसी के तहत होवे, अच्छा होवे, और फर्स्ट ऑफ ऑल मैं गल करना चाहांगा कि अगर वो 6 अरब है, 7 अरब है या 10 अरब मुख्तस हुंदा है, लेकिन वो पैसा जिहड़ा वो ईमानदारी दे नाल किसी भी प्रोजेक्ट दे विच लगे ਤੇ ਫਿਰ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਇਸ ਆਵਾਮ ਦਾ ਵੀ ਫਾਇਦਾ ਹੋਵੇ, ਸਾਡੇ ਜਲਾਲਪੁਰ ਜੱਟਾਂ ਸਿਟੀ ਦਾ ਵੀ ਫਾਇਦਾ ਹੋਵੇ, ਔਰ ਅਗਰ ਇਸ ਤਰ੍ਹਾਂ ਅੱਛੇ ਤਰੀਕੇ ਦੇ ਨਾਲ ਲੱਗੇਗਾ ਤੇ ਆਵਾਮ ਵੀ ਐਪਰੀਸ਼ੀਏਟ ਕਰੇਗੀ, ਗਵਰਨਮੈਂਟ ਨੂੰ ਵੀ ਐਪਰੀਸ਼ੀਏਟ ਕਰਨ ਦੀ, ਤੇ ਉਸ ਤੋਂ ਬਾਅਦ ਜਲਾਲਪੁਰ ਜੱਟਾਂ ਦੀ ਜਿਹੜੀ ਬਲਦੀਆ ਵੇ ਉਹਨੂੰ ਵੀ ਐਪਰੀਸ਼ੀਏਟ ਕਰੇਗੀ। ਤੇ ਇਹ ਤੇ ਇਮਾਨਦਾਰੀ ਦੇ ਨਾਲ, ਆਪਣੀ ਫਰਜ਼ ਸ਼ਨਾਸੀ ਦੇ ਨਾਲ ਜਿਹੜਾ ਵੀ ਬੰਦਾ ਇਸ ਮਨਸਬ ਦੇ ਉੱਤੇ ਵੇ, ਉਹਦੀ ਇਹ ਫਸਟ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਇਸ ਚੀਜ਼ ਨੂੰ ਇਹ ਸਮਝ ਕੇ ਕਿ ਬਈ ਇਹ ਜਿਹੜਾ ਆਪਣਾ ਫੰਡ ਆਇਆ ਵੇ ਇਹ ਆਵਾਮ ਦੇ ਟੈਕਸ ਦੇ ਪੈਸੇ ਦਾ ਫੰਡ ਹੈ, ਜ਼ਿੰਮੇਦਾਰੀ ਨਾਲ, ਔਰ ਜ਼ਿੰਮੇਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਉਹ ਅਗਰ ਲੱਗੇ ਤੇ ਸਾਡਾ ਜਲਾਲਪੁਰ ਜੱਟਾਂ ਜਿਹੜਾ ਵੇ ਇਹ ਬਹੁਤ ਜ਼ਿਆਦਾ ਜਿਹੜਾ ਨਾ ਉਹ ਗਰੋ ਅਪ ਕਰ ਸਕਦਾ। ਅੱਛਾ, ਇਸ ਤੋਂ ਇਲਾਵਾ ਜਨਾਬ ਗੁਜਰਾਤ ਦੇ ਮਾਮਲਾ ਤੇ ਵੇਖਿਆ ਜਾਏ ਨਾ, ਨਿਕਾਸੀ ਦਾ ਨਿਜ਼ਾਮ ਉੱਥੇ ਵੀ 3-4 ਵਾਰੀ ਅਸੀਂ ਜਿਉਂ ਦੇ ਸਮਝ ਲਓ ਪੈਦਾ ਹੋਏ ਹਾਂ ਤੇ ਜਾਣ ਲੱਗੇ ਗੁਜਰਾਤ, ਸਾਡੀ ਬੜੇ ਸਮਝ ਲਓ ਰਿਸ਼ਤੇਦਾਰੀ ਵੀ ਹੈ। ਅਸਾਂ ਜਿਉਂ ਵੇਖਿਆ ਜਨਾਬ ਗੁਜਰਾਤ ਜਿਉਂ ਬੋਲੇ ਕ੍ਰਾਸ ਕਰੀਏ ਤੇ ਪੱਟੀਆਂ ਹੀ ਵੇਖਿਆ ਸਰਕਾਰ ਸਾਹਿਬ ਤੇ ਵਿਚਕਾਰ ਕਦੇ ਪਾਈਪਲਾਈਨ ਪੈ ਰਹੀਆਂ ਨੇ, ਕਦੇ ਪੱਟੀ ਜਾ ਰਹੀਆਂ ਨੇ। ਮੈਂ ਇਸ ਸਵਾਲ ਨਾਲ ਤੁਹਾਡੇ ਨਾਲ ਗੱਲ ਕਰਾਂਗਾ ਕਿ ਜਨਾਬ ਅਗਰ ਸਾਡੇ ਸ਼ਹਿਰ 'ਚ ਵੀ ਇਹ ਨਿਕਾਸੀ ਦਾ ਨਿਜ਼ਾਮ ਉਹਲਾ ਪੈਣ ਲੱਗਾ ਤੇ ਉਹ ਸਾਡੇ ਵਾਸਤੇ ਬਹੁਤ ਪ੍ਰੋਬਲਮ ਬਣ ਜਾਏਗੀ ਜਨਾਬ ਸਾਡੇ ਵਾਸਤੇ। ਦੇਖੋ ਮੇਹਰ ਸਾਹਿਬ, ਇੱਥੇ ਇਹ ਚੀਜ਼ ਹੈ ਕਿ ਅਗਰ ਤੇ ਪੂਰੀ ਪਲੈਨਿੰਗ ਦੇ ਨਾਲ ਕੰਮ ਹੋਵੇ, ਇੱਕ ਆਪਣਾ ਇੰਜੀਨੀਅਰਿੰਗ ਜਿਹੜੀ ਹੈ, ਆਪਣਾ ਇੰਜੀਨੀਅਰ ਆਉਂਦੇ ਨੇ, ਉਹ ਆ ਕੇ ਸਰਵੇ ਕਰਦੇ ਨੇ, ਜਾਂ ਬਰੂਨੇ ਮਮਾਲਕ ਦੀ ਕੋਈ ਕੰਪਨੀ ਜਿਹੜੀ ਹੈ ਉਹ ਆ ਕੇ ਉਹ ਆਪਣੀ ਕੋਟੇਸ਼ਨ ਦਿੰਦੀ ਹੈ, ਪਹਿਲੇ ਨੰਬਰ ਤੇ ਕੋਟੇਸ਼ਨਾਂ ਜਿਹੜੀਆਂ ਨੇ ਉਹ ਵੇਖਣ ਵੀ ਕਿ ਸਾਡੇ ਪੈਸੇ ਕਿਧਰੋਂ ਬਚ ਰਹੇ ਨੇ। ਜੀ ਠੀਕ ਹੈ, ਕਮ ਅਜ਼ ਕਮ 3 ਕੋਟੇਸ਼ਨਾਂ ਹੋਣ, ਉਸ ਤੋਂ ਬਾਅਦ ਉਹਨਾਂ ਦੇ ਕੋਲ ਨਾਲ ਮਸ਼ਵਰਾ ਕੀਤਾ ਜਾਏ ਕਿ ਵੀ ਕਿਆ ਇਹ ਆਪਣਾ ਅਸੀਂ ਅਮਲ ਕਰੀਏ ਤੇ ਇਹਦੇ ਨਾਲ ਸਾਡੇ ਸ਼ਹਿਰ ਦੀ ਨਿਕਾਸੀ ਦਾ ਮਸਲਾ ਹੱਲ ਹੋ ਸਕਦਾ ਵੇ। ਪਹਿਲੇ ਉਸ ਚੀਜ਼ ਨੂੰ ਚੈੱਕ ਕੀਤਾ ਜਾਏ, ਠੀਕ ਹੈ, ਉਹਦਾ ਸਰਵੇ ਕੀਤਾ ਜਾਏ, ਸਹੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਦੀ ਕਾਸਟ ਵੇਖੀ ਜਾਏ ਕਿ ਅਗਰ ਆਪਣਾ ਇੱਕ ਜਗ੍ਹਾ ਤੇ ਜ਼ਿਆਦਾ ਪੈਸੇ ਨੇ, ਦੂਜੀ ਜਗ੍ਹਾ ਤੇ ਸਾਨੂੰ ਘੱਟ ਕੋਟੇਸ਼ਨ ਮਿਲ ਰਹੀ ਹੈ, ਅਸੀਂ ਕਮ ਅਜ਼ ਕਮ 3 ਕੋਟੇਸ਼ਨਾਂ ਵੇਖੀਏ ਔਰ ਮੈਰਿਟ ਦੀ ਬੁਨਿਆਦ ਦੇ ਉੱਤੇ ਅਸੀਂ ਉਹ ਠੇਕੇ ਜਿਹੜੇ ਨੇ ਉਹ ਠੇਕੇਦਾਰਾਂ ਨੂੰ ਦਵੀਏ, ਤਾਂ ਕਿ ਆਪਣਾ ਇੱਕ ਅੱਛੇ ਤਰੀਕੇ ਦੇ ਨਾਲ, ਇੱਕ ਖਲੂਸੇ ਨੀਅਤ ਦੇ ਨਾਲ, ਔਰ ਦੂਸਰਾ ਕਰਪਸ਼ਨ ਤੋਂ ਪਾਕ ਜਿਹੜਾ ਨਾ ਉਹ ਆਪਣਾ ਜਿਹੜਾ ਨਾ ਪ੍ਰੋਜੈਕਟ ਮੁਕੰਮਲ ਹੋ ਗਿਆ। ਠੀਕ ਹੈ ਜੀ। ਇਸ ਤੋਂ ਬਾਅਦ ਜਨਾਬ ਸਾਡਾ ਇੱਕ ਹੋਰ ਸਮਝ ਲਓ ਮਸਾਇਲ ਹੈ ਸਾਡੇ ਨਾ ਪੂਰੇ ਜਲਾਲਪੁਰ ਜੱਟਾਂ ਦੇ ਵਿੱਚ ਕਮ ਅਜ਼ ਕਮ ਜਿਹੜਾ ਨਾ 2.25 ਲੱਖ ਦੀ ਆਬਾਦੀ ਕਮ ਅਜ਼ ਕਮ ਸਾਡੇ ਸ਼ਹਿਰ ਜੀ ਇੱਕ ਹੀ ਪਾਰਕ ਸਮਝ ਲਓ ਕਲੋਤਾ ਪਾਰਕ ਹੈ। ਉਹ ਕਲੋਤਾ ਪਾਰਕ ਵੀ ਜਨਾਬ ਸਮਝ ਲਓ ਪਿਛਲੀ ਗਵਰਨਮੈਂਟ ਦੇ ਵਿੱਚ ਜਾਂ ਮਾਮਲਾਤ ਉਹ ਇਸ ਤਰ੍ਹਾਂ ਹੋਏ ਨੇ ਕਿ ਉੱਥੇ ਵੀ ਸਮਝ ਲਓ ਕੁਝ ਜਗ੍ਹਾ ਦੇ ਵਿੱਚ ਨਾ ਉਹ ਇੱਕ ਸਾਈਡ ਤੇ 1122 ਦਾ ਦਫ਼ਤਰ ਬਣਾ ਦਿੱਤਾ ਗਿਆ, ਕਿਉਂਕਿ ਉਹਦਾ ਰਕਬਾ ਜਿਹੜਾ ਨਾ ਘਟਾ ਦਿੱਤਾ ਗਿਆ, ਕੰਮ ਕਰ ਦਿੱਤਾ ਗਿਆ। ਤੇ ਉਸ ਹਵਾਲੇ ਨਾਲ ਸਾਡੇ ਸ਼ਹਿਰ ਵਾਸਤੇ ਕੀ ਇਹਦਾ ਮਸਾਇਲ ਜਾਂ ਇਹਦਾ ਕੀ ਸਦੇਬਾਬ ਹੋਣਾ ਚਾਹੀਦਾ ਪਾਰਕ ਦੇ ਹਵਾਲੇ ਨਾਲ? ਬਾਹਰ ਤੁਸੀਂ ਕੀ ਦੇਖਿਆ? ਦੇਖੋ ਜੀ, ਆਪਣਾ ਇਹ ਤੁਸੀਂ ਜਲਾਲਪੁਰ ਜੱਟਾਂ ਦੀ ਗੱਲ ਕੀਤੀ ਹੈ, ਮੈਂ
ਤੁਹਾਨੂੰ ਬਾਹਰ ਦੀ ਗੱਲ ਦੱਸਣਾ ਵਾ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਤਕਰੀਬਨ ਹਰ ਸਟਰੀਟ ਦੇ ਵਿੱਚ ਜਿਹੜਾ ਨਾ ਉਹ ਪਾਰਕ ਮੌਜੂਦ ਨੇ ਜੀ ਜੀ ਔਰ ਪਾਰਕ ਜਿਹੜੇ ਨੇ ਬੱਚਿਆਂ ਦੀ ਸੈਰੋ ਤਫਰੀ ਵਾਸਤੇ, ਉਹਨਾਂ ਦੀ ਖੇਡ ਕੁੱਦ ਵਾਸਤੇ ਇਹ ਬਹੁਤ ਹੀ ਮੁਫੀਦ ਚੀਜ਼ ਜੀ ਜੀ ਔਰ ਇਹ ਹੋਣੇ ਚਾਹੀਦੇ ਨੇ। ਪਾਰਕ ਨੂੰ ਬਜਾਏ ਆਪਣਾ ਵੱਡਾ ਕਰਨ ਦੀ ਬਜਾਏ ਅਸੀਂ ਉਹਨੂੰ ਛੋਟਾ ਕਰ ਦਿਓ ਜਾ ਤੇ ਮੇਰੇ ਖਿਆਲ ਦੇ ਨਾਲ ਇਹ ਬਹੁਤ ਜ਼ਿਆਦਤੀ ਹੈ, ਬੜੀ ਜ਼ਿਆਦਤੀ ਕਿਉਂਕਿ ਜਲਾਲਪੁਰ ਜੱਟਾਂ ਦੇ ਜਿਹੜਾ ਆਪਣਾ ਅੱਗੋਂ ਮੁਸਤਕਬਲ ਨੇ ਬੱਚੇ, ਜੀ ਜੀ ਕੱਲ ਨੂੰ ਇਹਨਾਂ ਇੱਥੇ ਖੇਡਣਾ ਕੁੱਦਣਾ, ਇਹਨਾਂ ਪੜ੍ਹਨਾ ਵੇ, ਕਈਆਂ ਨੇ ਮਾਸ਼ਾਅੱਲਾ ਆਪਣਾ ਪੜ੍ਹ ਲਿਖ ਕੇ ਤੇ ਆਪਣਾ ਕਾਮਯਾਬ ਵੀ ਹੋਣਾ ਹੈ, ਇਸ ਜਲਾਲਪੁਰ ਜੱਟਾਂ ਦਾ ਨਾਮ ਵੀ ਰੋਸ਼ਨ ਕਰਨਾ ਹੈ ਜੀ, ਤੇ ਜੀ। ਖੇਲਾਂ ਨੂੰ ਫਰੋਗ ਜਿਹੜਾ ਨਾ ਉਹ ਦੇਣਾ ਚਾਹੀਦਾ ਵੇ ਔਰ ਪਾਰਕ ਨੂੰ ਵਸੀ ਜਿਹੜਾ ਨਾ ਉਹ ਹੋਣਾ ਚਾਹੀਦਾ ਵੇ। ਅਸੀਂ ਨਾ ਇੱਕ ਹੋਰ ਦੇ ਤੁਹਾਡੇ ਨਾਲ ਸਵਾਲ ਕਰਾਂਗੇ ਕਿ ਅਰਸਾ ਦਰਾਜ਼ ਤੋਂ ਸਾਡੇ ਜਦੋਂ ਇਹ ਪਾਕਿਸਤਾਨ ਨਹੀਂ ਸੀ ਬਣਿਆ, ਲਹਿਦਾ ਮੁਲਕ ਸੀ, ਸਮਝ ਲਓ ਬਰਸਗੀਰ ਤੇ ਪਾਕੋ ਇੰਦ ਇਕੱਠਾ ਸੀ ਜੀ ਉਸ ਦੌਰ ਦੇ ਵਿੱਚ ਵੀ ਸਾਡੇ ਸ਼ਹਿਰ ਦੇ ਵਿੱਚ ਨਾਮੀਨੇਟ ਸਮਝ ਲਓ ਭਲਵਾਨ ਹੋਏ ਨੇ। ਜੀ ਜੀ ਉਸ ਹਵਾਲੇ ਨਾਲ ਅਸੀਂ ਗੱਲ ਕਰਾਂਗੇ। ਰੁਸਤਮ ਹਿੰਦ ਹੋਏ ਇੱਥੋਂ ਜਨਾਬ, ਕਾਲਾ ਪਹਿਲਵਾਨ ਹੋਇਆ, ਕਾਦਰ ਪਹਿਲਵਾਨ ਹੋਇਆ ਜਨਾਬ, ਹੋਰ ਵੀ ਪਹਿਲਵਾਨਾਂ ਦੇ ਕਈਆਂ ਦੇ ਨਾਮ ਨੂੰ ਆਉਂਦੇ ਨੇ, ਕਈਆਂ ਦੇ ਨਹੀਂ ਆਉਂਦੇ, ਜੀ। ਕਿਉਂਕਿ ਸਾਡੇ ਇੱਥੇ ਸ਼ਹਿਰ ਦੇ ਵਿੱਚ ਨਾਮ ਵੀ ਬੋਲਿਆ ਜਾਂਦਾ ਜੀ ਗਲਾ ਕਾਦਰ ਪਹਿਲਵਾਨ ਜੀ ਹੈ ਜਨਾਬ, ਤੇ ਆਲਮੀ ਸਤ੍ਹਾ ਤੇ ਵੀ ਜਨਾਬ ਸਾਡੇ ਜਲਾਲਪੁਰ ਜੱਟਾਂ ਦਾ ਜਿਹੜਾ ਨਾਂ ਹੈ ਉਹ ਪਹਿਲਵਾਨਾਂ ਦੇ ਸ਼ਹਿਰ ਤੋਂ ਬੋਲਿਆ ਜਾਂਦਾ। ਜੀ, ਜੀ। ਉਸ ਹਵਾਲੇ ਨਾਲ ਤੁਹਾਡਾ, ਕਿਉਂਕਿ ਹੁਣ ਤੁਸੀਂ ਅਰਸਾ ਦਰਾਜ਼ ਤੋਂ ਸਮਝ ਲਓ ਇੱਥੇ ਤਸ਼ਰੀਫ ਫਰਮਾਓ, ਬਾਹਰ ਜੀ, ਜੀ। ਤੁਸੀਂ ਆ ਗਏ ਹੋ, ਇੱਥੇ ਉਸ ਹਵਾਲੇ ਨਾਲ ਜਿਹੜਾ ਭਲਵਾਨੀ ਦੇ ਸਮਝ ਲਓ ਸ਼ੌਕ ਜਿਹੜਾ ਨਾ ਉਹ ਬਿਲਕੁਲ ਖਤਮ ਹੋ ਗਿਆ ਸਾਡੇ ਸ਼ਹਿਰ 'ਚ। ਇਹਦੀ ਇੱਕ ਤੇ ਪਹਿਲਾਂ ਤੁਹਾਨੂੰ ਵਜ੍ਹਾ ਦੱਸਣੀ ਹੈ ਕੀ ਮਾਮਲਾ ਹੈ, ਦੂਸਰਾ ਸਾਡੇ ਸ਼ਹਿਰ ਦੇ ਵਿੱਚ ਸਮਝ ਲਓ ਮਨਸ਼ਾਤ ਦਾ ਬੜਾ ਇਸ਼ੂ ਸੀ, ਅੱਲਾਹ ਪਾਕ ਖੈਰ ਕਰੇ। ਉਸ ਹਵਾਲੇ ਨਾਲ CCD ਨੇ ਬੜੀਆਂ ਕਾਰਵਾਈਆਂ ਕੀਤੀਆਂ ਜਨਾਬ, ਵੈਰੀ ਗੁੱਡ। ਤੇ ਉਸ ਹਵਾਲੇ ਨਾਲ ਜਨਾਬ ਥੋੜਾ ਜਿਹਾ ਮਨਸ਼ਾਤ ਦਾ ਤੇ ਇੱਥੇ ਬੜਾ ਫਰਕ ਪੈ ਗਿਆ ਬੱਚੇ ਜਿਹੜੇ ਨੇ। ਤੇ ਇਹਦੇ ਹਵਾਲੇ ਨੂੰ ਤੁਸੀਂ ਦੱਸੋ ਜੀ, ਇਹ ਜਨਾਬ ਭਲਵਾਨੀ ਦੇ ਲਿਹਾਜ਼ ਨਾਲ ਜਨਾਬ ਅਸੀਂ ਕੀ ਹੋਣਾ ਚਾਹੀਦਾ ਸਾਡੇ ਵਾਸਤੇ ਅਗਲਾ ਲਾਇਆ ਅਮਲ ਜਨਾਬ? ਅੱਛਾ ਮੇਹਰ ਸਾਹਿਬ, ਇਹ ਜਿਹੜਾ ਤੁਸੀਂ ਸਵਾਲ ਕੀਤਾ ਵੇ ਪਹਿਲਵਾਨੀ ਦੇ ਮੁਤਲਕ ਜਿਹੜਾ ਸਵਾਲ ਹੈ, ਜੀ ਜੀ ਐਕਚੁਅਲ ਗੱਲ ਇਹ ਵੇ ਕਿ ਅਸੀਂ ਇੱਕ ਉਹ ਜਨਰੇਸ਼ਨ ਹੋਏ ਆ ਕਿ ਜਿਹੜੇ ਜਿਨ੍ਹਾਂ ਦੋ ਦੌਰ ਵੇਖੇ। ਜੀ ਜੀ ਇੰਜੀ ਗਾ, ਇੱਕ ਦੌਰ ਅਸਾਂ ਮੋਬਾਈਲ ਤੋਂ ਬਗੈਰ ਵੇਖਿਆ, ਬਗੈਰ ਵੇਖਿਆ। ਇੱਕ ਦੌਰ ਹੈ ਜਿਹੜਾ ਉਹ ਅੱਜ ਅਸੀਂ ਮੋਬਾਈਲ ਦੇ ਵਿੱਚ ਚਲੇ ਗਏ। ਜੀ ਇੰਜੀ ਗੱਲ ਹੈ। ਅੱਜ ਅਗਰ ਅਸੀਂ ਇੱਕ ਜਗ੍ਹਾ ਤੇ ਬਹਿ ਜਾਂਦੇ ਆ, ਕੋਈ 5 ਜੀ ਬਹਿ ਜਾਂਦੇ ਆ ਨਾ, ਤੇ ਸਾਰੇ ਜਨਾਬ ਮੋਬਾਈਲਾਂ ਦੇ ਵਿੱਚ ਮਸਰੂਫ ਹੋਣ ਦੇ, ਇੱਕ ਦੂਜੇ ਦੇ ਨਾਲ ਗੱਲ ਕਰਨ ਤੋਂ ਵੀ ਕਾਸਰ, ਆਪਣੀ ਗੁਫ਼ਤਗੂ ਸਮਝ ਲਓ। ਇਸੇ ਤਰ੍ਹਾਂ ਹੀ ਉਹ ਜਿਹੜਾ ਵਕਤ ਸੀ ਇੱਕ ਅੱਛਾ ਦੌਰ ਸੀ, ਜੀ ਹਾਂ, ਉਸ ਦੌਰ ਦੇ ਵਿੱਚ ਮੋਬਾਈਲ ਤੇ ਹੈ ਹੀ ਕੋਈ ਨਹੀਂ ਸਨ, ਇੰਜੀ ਗੱਲ, ਦੇਸੀ ਲੋਕ ਸਨ, ਦੇਸੀ ਖੁਰਾਕਾਂ ਸਨ, ਬਿਲਕੁਲ ਗੱਲ ਠੀਕ ਤੁਹਾਡੀ। ਘਰ ਦਾ ਤਾਜ਼ਾ ਦੁੱਧ, ਮੱਖਣ, ਲੱਸੀ, ਘਿਓ, ਲੱਸੀ, ਜੀ ਹਾਂ, ਇੰਝ ਹੈ ਜੀ, ਇੰਝ। ਮਕਈ ਦੀਆਂ ਰੋਟੀਆਂ। ਮੈਂ ਇਹ ਤੁਹਾਡੀ ਗੱਲ ਦਾ ਟੋਕਣੀ ਆ ਗਈ ਉਸ ਮਾਮਲੇ 'ਚ। ਮੈਂ ਤੁਹਾਡੇ ਨਾਲ ਸਮਝ ਲਓ ਤੁਹਾਡੇ ਨਾਲ, ਚਲੋ ਮੈਂ ਆਪਣੀ ਵੀ ਚਲੋ ਰਾਏ ਦਿਆਂਗਾ, ਤੁਸੀਂ ਵੀ ਦੇਖਿਆ ਹੋਣਾ ਉਸ ਵੇਲੇ ਅਗਰ ਕੋਈ ਮਾੜਾ ਘਰ ਦਾ ਬੰਦਾ ਵੀ ਸੀ ਨਾ, ਸਮਝ ਲਓ ਆਬਾਦੀ ਤੇ ਚਲੋ ਘੱਟ ਸੀ, ਬੰਦਾ ਮਾੜੇ ਤੋਂ ਮਾੜਾ ਵੀ ਸੀ ਨਾ, ਉਹਦੇ ਘਰ ਵੀ ਜਨਾਬ ਡੰਗਰ ਭੱਜੇ ਹਨ। ਇੱਕ ਦੋ ਡੰਗਰ ਉਹਨੇ ਆਪਣੇ ਬੱਚਿਆਂ ਵਾਸਤੇ ਸਮਝ ਲਓ ਲਾਜ਼ਮੀ ਰੱਖਿਆ ਹੁੰਦਾ ਸੀ, ਇੱਕ ਦੁੱਧ ਘਰ ਦਾ ਹੋਵੇ। ਜੀ 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 ਹਾਂ, ਉਹ ਹੁਣ ਜਿਹੜੀ ਇਹਨਾਂ ਸਮਝ ਲਓ ਸਾਡੇ ਸ਼ਹਿਰ 'ਚ ਉਹ ਵਾਲਾ ਮਾਮਲਾ ਨਹੀਂ ਰਿਹਾ, ਹੁਣ ਟਾਵੇਂ ਟਿੱਕੇ ਦੁੱਧ ਰਹਿ ਗਏ ਨੇ। ਪਰ ਇੱਕ ਮੈਂ ਦੂਸਰਾ ਵੀ ਮਸਾਇਲ ਸਮਝ ਲਓ ਆ ਗਿਆ ਮੇਰੇ, ਦੁੱਧ ਤੋਂ ਗੱਲ ਸ਼ੁਰੂ ਹੋਈ ਹੈ। ਜੀ ਜੀ ਇਹ ਸਾਡੇ ਪਿੰਡਾਂ ਦਾ ਦੁੱਧ ਪੂਰਾ ਨਹੀਂ ਪਿਆਉਂਦਾ ਤੇ ਸ਼ਹਿਰਾਂ 'ਚ ਕਿੱਥੋਂ ਪਿਆਉਂਦਾ ਦੁੱਧ? ਇਹ ਸਮਝ ਲਓ ਮੈਨੂੰ, ਇਹ ਸਮਝ ਲਓ ਮੇਰੀ ਸਮਝ ਤੋਂ ਬਾਲਾ ਤਾਰੇ ਕੰਮ ਹੈ ਕਿ ਇਹ ਕੀ ਮਾਮਲਾ ਹੈ ਜਨਾਬ। ਬੈਰ ਸਾਹਿਬ ਦੇਖੋ, ਜਿਹੜਾ ਨਾ ਇੱਕ ਤੇ ਤੁਸੀਂ ਜਿਹੜੀ ਉਹ ਭਲਵਾਨੀ ਵਾਲੀ ਗੱਲ ਕੀਤੀ ਹੈ, ਭਲਵਾਨ ਜਿਹੜਾ ਨਾ ਆਪਣਾ ਕਾਫੀ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਅਸੀਂ ਮਾਜ਼ੀ ਦੇ ਵਿੱਚ ਤੇ ਵੇਖੀਆਂ ਨੇ, ਜੀ ਜੀ, ਲੇਕਿਨ ਹੁਣ ਵੇਖਣ ਨੂੰ ਬੜੀਆਂ ਸਾਨੂੰ ਘੱਟ ਲੱਭਦੀਆਂ। ਜੀ ਠੀਕ ਹੈ, ਮਾਲ ਡੰਗਰ ਤੁਸੀਂ ਗੱਲ ਕੀਤੀ ਕਿ ਮਾਲ ਡੰਗਰ ਤੋਂ ਲੋਕ ਜਿਹੜਾ ਨਾ ਹੁਣ ਉਹ ਬੜਾ ਦੂਰ ਹੋ ਗਏ ਨੇ। ਜੀ ਜੀ, ਕਈ ਐਸੇ ਮੈਂ ਘਰਾਣੇ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੇ ਨੇ ਕਿ ਜਿਹੜੇ ਆਪਣਾ ਇਸ ਚੀਜ਼ ਤੋਂ ਹਟ ਗਏ, ਅੱਗੋਂ ਉਹਨਾਂ ਦੇ ਬੱਚੇ ਚਲੋ 4 ਜਮਾਤਾਂ ਉਹਨਾਂ ਪੜ੍ਹੀਆਂ ਨੇ, ਪੜ੍ਹ ਲਿਖ ਕੇ ਤੇ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਨਾ ਅਵੋਇਡ ਕੀਤਾ, ਉਹ ਅੱਗੋਂ ਸਟੱਡੀ ਵਾਲੇ ਪਾਸੇ ਟੁਰ ਗਏ ਨੇ। ਕਿਉਂਕਿ ਕੁਝ ਐਸੇ ਘਰਾਣੇ ਹੈ ਨੇ ਸਾਡੇ ਸਿਟੀ ਦੇ ਵਿੱਚ ਮੈਂ ਦੇਖੇ ਨੇ ਕਿ ਜਿਨ੍ਹਾਂ ਦੇ ਬੱਚੇ ਨਾਲ ਐਜੂਕੇਸ਼ਨ ਵੀ ਕਰ ਰਹੇ ਨੇ ਤੇ ਨਾਲ ਉਹ ਮਾਲ ਡੰਗਰ ਨੂੰ ਵੀ ਸਾਂਭ ਰਹੇ ਨੇ। ਉਹ ਭਲਵਾਨੀ ਵਾਲਾ ਸ਼ੌਕ ਖਤਮ ਹੋ ਗਿਆ। ਭਲਵਾਨੀ ਵਾਲਾ ਸ਼ੌਕ ਜਿਹੜਾ ਵੇ, ਇਹ ਵਾਕਈ ਤੁਹਾਡੇ ਵਾਲੀ ਗੱਲ ਠੀਕ ਹੈ, ਬਹੁਤ ਜ਼ਿਆਦਾ ਘੱਟ ਹੋ ਗਿਆ, ਖਤਮ ਹੋ ਗਿਆ ਜੀ, ਬਹੁਤ ਜ਼ਿਆਦਾ ਘੱਟ ਹੋ ਗਿਆ। ਸਾਹਿਬ ਭਲਵਾਨ ਹੋਇਆ, ਉਸ ਤੋਂ ਇਲਾਵਾ ਅਸੀਂ ਕਈ ਦੇਖੇ ਕਾਫੀ ਸ਼ਖਸੀਅਤ ਨੇ ਸਾਡੇ ਜਲਾਲਪੁਰ ਜੱਟਾਂ ਦੀਆਂ, ਤੇ ਇਸ ਚੀਜ਼ ਨੂੰ ਵੀ ਫਰੋਗ ਮਿਲਣਾ ਚਾਹੀਦਾ ਵੇ। ਘੁੰਮਤੀ ਸਤਹ ਤੇ ਕੀ ਲਾਇਆ ਮਲ ਹੋਣਾ ਚਾਹੀਦਾ? ਦੇਖੋ ਜੀ, ਇਹ ਅਸਲ ਤੇ ਵੇਖੋ, ਅਸਲ ਤੇ ਜ਼ਿੰਮੇਵਾਰੀ ਸਾਡੀ ਹਕੂਮਤ ਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਉਹ ਸਪੋਰਟ ਕਰਨ। ਐਸੇ ਟੈਲੈਂਟਡ ਬੰਦੇ ਜਿਹੜੇ ਨੇ ਆਪਣਾ, ਜਾਂ ਜਿਹੜੇ ਬੱਚੇ ਨੇ, ਉਹ ਅਗਰ ਕੋਈ
ਕ੍ਰਿਕਟ ਦੇ ਵਿੱਚ ਆਪਣਾ ਕੋਈ ਚੈਂਪੀਅਨ ਹੈ ਤੇ ਉਹਨੂੰ ਅੱਗੇ ਆਉਣਾ ਚਾਹੀਦਾ, ਜੇ ਅਗਰ ਭਲਵਾਨੀ ਦੇ ਵਿੱਚ ਤੇ ਗਵਰਨਮੈਂਟ ਉਹਨੂੰ ਸਪੋਰਟ ਕਰੇ, ਉਹਨੂੰ ਅੱਗੇ ਲੈ ਕੇ ਆਵੇ। ਠੀਕ ਹੈ। ਜਾਂ ਫਿਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਖੇਡਾਂ ਨੇ ਤੇ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਨੂੰ ਸਪੋਰਟ ਕਰਨਾ, ਠੀਕ ਹੈ। ਕਿਉਂਕਿ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਗਵਰਨਮੈਂਟ ਨੂੰ ਅਸੀਂ ਲੋਕ, ਤੁਸੀਂ ਲੋਕ ਟੈਕਸ ਦੇ ਰਹੇ ਜੀ 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 ਗੱਲ ਸਾਡੇ, ਬਿਲਕੁਲ। ਅਸੀਂ ਆਪਣਾ ਟੈਕਸ ਦੇ ਪੈਸੇ ਦੇ ਉੱਤੇ ਸਾਰੇ ਮਾਮਲਾਤ ਚੱਲ ਰਹੇ ਅੱਛਾ, ਨੇ। ਦੂਸਰਾ ਇੱਕ ਜਨਾਬ ਹੋਰ ਮਸਾਇਲ ਸਾਡਾ ਇੱਕ ਪਿੱਛੇ ਜੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਮੈਂ ਦੇਖਦਾ ਰਹਿਣਾ, ਐਡੀ ਕੰਪਨੀ ਸਾਡੇ ਆ ਕੇ ਜਲਾਲਪੁਰ ਜੱਟਾਂ 'ਚ ਵੇਸਟ ਮੈਨੇਜਮੈਂਟ ਕੰਪਨੀ ਖੁਜਰਾਂ ਵਾਲੇ ਦੀ ਏ ਜੀ ਜੀ। ਤੇ ਉਹ ਸਫਾਈ ਦਾ ਨਿਜ਼ਾਮ ਕੋਈ ਬਿਹਤਰ ਨਹੀਂ ਹੈ। ਅੱਗੇ ਜਦੋਂ ਬਲਦੀਆ ਕੋਲ ਸੀ, ਬਲਦੀਆ ਕੋਲ ਨਿਜ਼ਾਮ ਬੜਾ ਬਿਹਤਰ ਸੀ, ਬੰਦੇ ਫੋਨ ਕਰਦੇ ਸਨ, ਕਾਲ ਕਰਦੇ ਹਨ, ਫਟੋਫਟ ਜਨਾਬ ਲੇਬਰ ਪਹੁੰਚ ਜਾਂਦੀ ਸੀ। ਜੀ ਜੀ। ਉਹ ਸਵਾਲ ਨਾਲ ਜਨਾਬ ਤੁਸੀਂ, ਮੈਂ ਤੁਹਾਡੀ ਰਾਏ ਦਾ ਸਮਝ ਲਓ, ਤੁਸੀਂ ਮੇਰੇ ਨਾਲ ਰਾਏ ਕਰੋ, ਇਹ ਆਪਸ 'ਚ ਡਿਸਕਸ ਵੀ ਕਰਾਂਗੇ ਕਿ ਇਹ ਨਿਜ਼ਾਮ ਲੇਬਰ ਵੀ ਸਮਝ ਲਓ ਵੱਧ ਗਈ ਹੈ, ਮਜ਼ਦੂਰ ਵੀ ਵੱਧ ਗਏ ਨੇ ਉਹਨਾਂ ਦੀ ਸਮਝ ਲਓ, ਤੇ ਉਹ ਸਫਾਈ ਦਾ ਨਿਜ਼ਾਮ ਨਹੀਂ ਕੁਝ ਬਿਹਤਰ ਹੋਇਆ। ਠੀਕ। ਬੜੇ ਇਹਨਾਂ ਦੇ ਸਮਝ ਲਓ ਮਸਾਇਲ ਨੇ, ਬੜੀਆਂ ਦਰਖਾਸਤਾਂ ਨੇ, ਸਮਝ ਲਓ ਬੜੇ ਇਸ਼ੂ ਨੇ ਮੁਹੱਲਿਆਂ ਦੇ ਵਿੱਚ, ਪਲਾਟਾਂ ਦੇ ਵਿੱਚ ਅਜੇ ਤੱਕ ਗੰਦ ਪਿਆ, ਅਜੇ ਤੱਕ ਇਹ ਜੂਨ ਦੀ ਕੰਪਨੀ ਆ ਗਈ, ਸਾਲ ਡੇਢ ਹੋ ਗਿਆ, ਅਜੇ ਤੱਕ ਮੈਂ ਜਨਾਬ ਵਾਅਦਾ ਤੌਰ ਤੇ ਤੁਹਾਡੇ ਅੱਗੇ ਕਹਾਂਗਾ ਕਿ ਜਨਾਬ ਅਜੇ ਤੱਕ ਜਨਾਬ ਉਹ ਪਲਾਟਾਂ ਦੇ ਵਿੱਚ ਕਚਰਾ ਪਿਆ ਪੁਰਾਣਾ ਹੀ, ਸਹੀ ਨਹੀਂ ਉਠਾ ਸਕਿਆ ਜੀ। ਦੇਖੋ ਮੈਰ ਸਾਹਿਬ, ਬਲਦੀਆ ਜਿਹੜੀ ਹੈ ਨਾ, ਜਿੰਨਾ ਤੱਕ ਬਲਦੀਆ ਸਾਡੀ ਫਾਈਨੈਂਸ਼ੀਅਲੀ ਤਰੀਕੇ ਦੇ ਨਾਲ ਸਟਰੋਂਗ ਨਹੀਂ ਨਾ ਹੁੰਦੀ, ਜੀ ਜੀ, ਉਨੀ ਦੇਰ ਤੱਕ ਇਹ ਮਸਾਇਲ ਹੱਲ ਨਹੀਂ ਹੋ ਸਕਦੇ। ਜੀ ਜੀ। ਬਲਦੀਆ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਰਾ ਕੰਟਰੋਲ ਹੀ ਜਿਹੜਾ ਉਹ ਬਲਦੀਆ ਦੇ ਕੋਲ, ਜੀ ਜੀ, ਉਹਦੇ ਵਿੱਚ ਕਿਸੇ ਕਿਸਮ ਦੀ ਅਰਬ ਦੇ ਵਿੱਚ, ਅਰਬ ਦੇ ਵਿੱਚ, ਜੀ ਬਿਲਕੁਲ, ਉੱਥੇ ਕਿਸੇ ਕਿਸਮ ਦੀ ਸਿਆਸਤ ਇਨਵੋਲਵ ਨਹੀਂ, ਠੀਕ ਹੈ, ਉੱਥੇ ਹਰ ਚੀਜ਼ ਮੈਰਿਟ ਦੇ ਉੱਤੇ। ਜੀ ਜੀ। ਬਲਦੀਆ ਨੂੰ ਆਪਣਾ ਜਿਹੜੇ ਟੈਕਸਿਸ ਵਗੈਰਾ ਜਾ ਰਹੇ ਨੇ ਜਾਂ ਜੋ ਵੀ ਆਪਣਾ ਵੀ ਬਲਦੀਆ ਜਨਰੇਟ ਕਰ ਰਿਹਾ ਵੇ, ਜੀ ਜੀ, ਉਹ ਬਲਦੀਆ ਦਾ ਇੱਕ ਅਸਾਸਾ ਵੇ, ਔਰ ਉਹ ਲੱਗਣਾ ਚਾਹੀਦਾ ਵੇ ਜਲਾਲਪੁਰ ਜੱਟਾਂ ਸਿਟੀ ਦੇ ਉੱਤੇ। ਸਫਾਈ ਦਾ ਨਿਜ਼ਾਮ ਵੀ ਬਿਹਤਰ ਹੋਣਾ ਚਾਹੀਦਾ ਹੈ। ਸਫਾਈ ਨਿਸਫ ਇਮਾਨ ਹੈ, ਔਰ ਇਸ ਚੀਜ਼ ਨੂੰ ਫਸਟ ਜਿਹੜਾ ਨਾ ਉਹ ਇਹਦੇ ਤੇ ਹੰਗਾਮੀ ਬੁਨਿਆਦਾਂ ਦੇ ਉੱਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸ਼ਹਿਰ ਦੀ ਸਫਾਈ ਦੇ ਲਿਹਾਜ਼ ਦੇ ਨਾਲ ਜੀ ਜੀ, ਹਰ ਜਗ੍ਹਾ ਨੂੰ ਕਲੀਨ ਜਿਹੜਾ ਨਾ ਕਲੀਨ ਸਵੇਪ ਕੀਤਾ ਜਾਏ। ਠੀਕ ਹੈ, ਠੀਕ ਹੈ। ਔਰ ਉਹਦੇ ਵਿੱਚ ਵੇਖੋ, ਇੱਕ ਤੇ ਕੋਈ ਵੀ ਅਗਰ ਕੋਈ ਅਫਸਰਾਨੇ ਬਾਲਾ ਜਿਹੜੇ ਨੇ ਉਹ ਆ ਕੇ ਅਗਰ ਆਪਣਾ ਵੀ ਮਿਸਾਲ ਤੌਰ ਤੇ ਜਲਾਲਪੁਰ ਜੱਟਾਂ ਦੇ ਜਿਹੜੇ CEO ਨੇ, ਜੀ ਜੀ, ਉਹ ਆ ਕੇ ਬਹਿੰਦੇ ਨੇ, ਉਹ ਜ਼ਰਾ ਫਰਜ਼ਸ਼ਨਾਸ ਨੇ, ਜ਼ਰਾ ਜ਼ਿੰਮੇਦਾਰ ਨੇ, ਤੇ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬਲਦੀਆ ਜਿਹੜੀ ਮਿਊਨਿਸਪੈਲਿਟੀ ਹੈ ਜੀ ਜੀ, ਉਹਨੂੰ ਫਾਈਨੈਂਸ਼ੀਅਲੀ ਤਰੀਕੇ ਦੇ ਨਾਲ ਜਿਹੜਾ ਨਾ ਉਹ ਖਲੂਸੇ ਨੀਅਤ ਦੇ ਨਾਲ ਸਟਰੋਂਗ ਕੀਤਾ ਜਾਏ, ਠੀਕ ਹੈ, ਤਾਂ ਕਿ ਜਿਹੜੀ ਆਪਣਾ ਉਹਨਾਂ ਦੇ ਰੋਜ਼ਮਰਾ ਦੇ ਮਸਾਇਲ ਨੇ, ਜ਼ਾਹਰੀ ਬਾਤ ਹੈ, ਅਖਰਾਜਾਤ ਨੇ, ਸਿਲਸਿਲੇ ਨੇ, ਮੈਨੇਜਮੈਂਟ ਹੈ, ਸਾਰਾ ਸਿਲਸਿਲਾ, ਹਰ ਚੀਜ਼ ਨੂੰ ਆਪਣਾ ਇੱਕ ਅੱਛੇ ਤਰੀਕੇ ਦੇ ਨਾਲ ਖਲੂਸੇ ਨੀਅਤ ਦੇ ਨਾਲ ਲੈ ਕੇ ਚਲਿਆ ਜਾਏ। ਉਹ ਇੱਕ ਟੀਮ ਵਰਕ ਇਸ ਤਰ੍ਹਾਂ ਦਾ ਹੋਵੇ ਜੀ ਜੀ, ਜਿਹਦੇ ਵਿੱਚ ਹਰ ਬੰਦਾ ਜਿਹੜਾ ਉਹ ਜਿਹਦੀ ਜੋ ਡਿਊਟੀ ਹੋਵੇ ਉਹ ਜ਼ਿੰਮੇਦਾਰ ਹੋਵੇ, ਜੀ ਜੀ ਜੀ, ਬਿਲਕੁਲ, ਉਹ ਜ਼ਿੰਮੇਦਾਰੀ ਦੇ ਨਾਲ, ਨੇਕ ਨੀਤੀ ਦੇ ਨਾਲ ਉਹ ਕੰਮ ਕਰੇ, ਜੀ ਜੀ, ਤੇ ਬੜੀ ਆਪਣਾ ਜਿਹੜਾ ਨਾ ਉਹ ਅੱਛਾ ਹੋ ਸਕਦਾ ਹੈ। ਅੱਛਾ, ਇੱਕ ਹੋਰ ਜਨਾਬ, ਸਾਡੇ ਸ਼ਹਿਰ ਦੇ ਵਿੱਚ ਜਨਾਬ ਇਹ ਸਮਝ ਲਓ ਅੱਜ ਤੋਂ 25-30 ਸਾਲ 40 ਸਾਲ ਪਿੱਛੇ ਜਾਈਏ ਨਾ, ਇਹ ਸਮਝ ਲਓ ਮਿਨੀ ਮਨਚੈਸਟਰ ਦੇ ਨਾਂ ਤੋਂ ਜਨਾਬ ਪਛਾਣਿਆ ਜਾਂਦਾ ਸੀ ਜਲਾਲਪੁਰ ਜੱਟਾਂ, ਸਮਝ ਲਓ ਬਰੂਨੇ ਮੁਲਕਾਂ ਦੇ ਵਿੱਚ ਵੀ ਜੀ ਇਹ ਲੂਮਾਂ ਦਾ ਕਾਰੋਬਾਰ ਬਹੁਤ ਜ਼ਿਆਦਾ ਸੀ, ਸਮਝ ਲਓ ਮਿਨੀ ਫੈਸਲਾਬਾਦ ਵੀ ਇਹਨੂੰ ਕਹਿੰਦੇ ਹਨ ਜਨਾਬ। ਜੀ ਜੀ, ਉਸ ਹਵਾਲੇ ਨਾਲ ਜਨਾਬ ਇੱਥੇ ਪਾਵਰ ਲੂਮ ਬਿਲਕੁਲ ਘਟ ਗਈ ਹੈ ਜੀ, ਬਿਲਕੁਲ ਨਾਰਮਲ ਹੋ ਗਈ ਹੈ ਜੀ। ਉਹ ਕੀ ਵਜ੍ਹਾ ਹੋ ਸਕਦੀ ਹੈ? ਦੇਖੋ ਮੈਰ ਸਾਹਿਬ, ਬੜੀ ਅੱਛੀ ਤੁਸੀਂ, ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬੁਨਿਆਦੀ ਮਸਲਾ ਹੈ ਉਹ ਤਵਾਨਾਈ ਦਾ ਬੁਹਰਾਨ ਹੈ, ਬਿਜਲੀ ਦਾ। ਬਿਜਲੀ ਦਾ। ਜਿਸਲੇ ਤੁਸੀਂ ਤਵਾਨਾਈ ਦੇ ਰਿਲੇਟਡ ਕੋਈ ਵੀ ਕੰਮ ਤੇ ਕਰਦੇ ਹੋ ਨਾ, ਸਮਝ ਲਓ, ਤੇ ਉਹਦੇ ਵਿੱਚ ਆ ਕੇ ਤੁਹਾਨੂੰ ਬੜੀਆਂ ਜੀਆਂ ਪਰੇਸ਼ਾਨੀਆਂ ਦਾ ਸਾਹਮਣਾ, ਜੇ ਲਾਈਟ ਹੀ ਬੰਦ ਹੋ ਜਾਣੀ, ਜੀ ਆ ਬਿਜਲੀ ਟੁੱਟ ਤੁਸੀਂ ਜਾਣੀ, ਕਰੋੜਾਂ ਰੁਪਏ ਇਨਵੈਸਟ ਕਰ ਲੈਣੇ, ਤੁਸੀਂ ਸਾਰਾ ਕੁਝ ਕਰ ਲਿਆ ਵਾ, ਜੇ ਲਾਈਟ ਨਹੀਂ ਆਉਣੀ ਜਾਂ ਤੁਹਾਨੂੰ ਉਹਦੀ ਮੱਧ ਦੇ ਵਿੱਚ ਤੁਹਾਨੂੰ ਬਿੱਲ ਹੀ ਇੰਨੇ ਸਾਰੇ ਆ ਜਾਣੇ। ਐ ਮੈਂ ਸਰਦੀਆਂ 'ਚ ਵੀ ਦੇਖਿਆ ਜਨਾਬ, ਸਰਦੀਆਂ ਦੇ ਵਿੱਚ ਵੀ ਸਮਝ ਲਓ 2-2 ਘੰਟੇ, ਘੰਟਾ ਬੇ ਟਾਈਮ ਸਮਝ ਲਓ ਬਗੈਰ ਜਨਾਬ ਤਲਾਹ ਤੋਂ ਜਨਾਬ ਬਿਜਲੀ ਬੰਦ ਹੁੰਦੀ ਰਹੀ ਹੈ ਜੀ। ਤੇ ਇਸ ਚੀਜ਼ ਦੇ ਨਾਲ ਹੀ ਦੇਖੋ, ਬਰੂਨੇ ਮਮਾਲਕ ਦੇ ਵਿੱਚ ਮੈਂ ਜਿੰਨਾ ਚਿਰ ਰਿਹਾ ਮੈਂ 1 ਸੈਕਿੰਡ ਕਦੀ ਬੱਤੀ ਬੰਦ ਹੁੰਦੀ ਨਹੀਂ ਵੇਖੀ। ਮੈਂ ਪਾਕਿਸਤਾਨ ਆਪਣਾ 2019 ਦੇ ਵਿੱਚ ਮੈਰ ਸਾਹਿਬ ਆਇਆ, ਸਟਿਲ ਮੈਨੂੰ ਹੁਣ 6ਵਾਂ ਸਾਲ ਪਾਕਿਸਤਾਨ 'ਚ ਲੱਗੇ ਆ। ਮੈਂ ਆਪਣੀ ਲਾਈਫ ਦੇ ਵਿੱਚ ਬਰੂਨੇ ਮਮਾਲਕ ਦੇ ਵਿੱਚ ਬਿਜਲੀ ਬੰਦ ਹੁੰਦੀ ਨਹੀਂ ਵੇਖੀ, ਤੇ ਇੱਥੇ ਜਿਸ ਦਿਨ ਦਾ ਮੈਂ ਆਇਆ ਨਾ, ਇੱਥੇ ਬਿਜਲੀ ਜਿਹੜੀ ਹੈ ਨਾ ਉਹ ਕਦੀ ਆ ਰਹੀ ਹੈ ਤੇ ਕਦੀ ਜਾ ਰਹੀ ਹੈ, ਤੇ ਕਦੀ ਆ ਰਹੀ ਹੈ ਤੇ ਕਦੀ ਜਾ ਰਹੀ ਹੈ। ਅੱਛਾ, ਅਗਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ, ਕੋਈ ਸਿਲਸਿਲਾ ਤੁਸੀਂ ਸ਼ੁਰੂ ਕਰਦੇ ਹੋ ਰਿਲੇਟਡ ਹੁੰਦਾ ਬਿਜਲੀ ਦੇ ਨਾਲ, ਜੀ ਜੀ, ਤੇ ਤੁਹਾਨੂੰ ਬਿਜਲੀ ਨਹੀਂ ਲੱਭਣੀ। ਜੀ ਜੀ,
ਪ੍ਰੋਪਰ ਬਿਜਲੀ ਨਹੀਂ ਲੱਭਣੀ ਤੇ ਤੁਸੀਂ ਤੇ ਲਾਸਟ ਦੇ ਵਿੱਚ ਜਾ ਰਹੇ ਹੋ, ਤੁਹਾਡੀ ਜਿਹੜੀ ਥੱਲੇ ਲੇਬਰ ਹੈ ਜੀ ਜੀ ਤੁਸੀਂ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਨੀ ਹੈ, ਜੀ, ਤੁਸੀਂ ਜੀ। ਲੇਬਰ ਦੇ ਪੈਸੇ ਦੇਣੇ ਨੇ, ਬਿਲਕੁਲ। ਸਾਰੇ ਮਾਮਲਾਤ ਕਰਨੇ ਨੇ, ਜੀ, ਜੀ। ਜਿਸ ਲਈ ਤੁਹਾਡਾ ਕੰਮ ਉਸ ਤਰ੍ਹਾਂ ਦਾ ਨਹੀਂ ਆਪਣਾ ਹੋਣਾ ਤੇ ਫਿਰ ਤੁਸੀਂ ਪਰੇਸ਼ਾਨ ਹੀ ਹੋਣਾ, ਤੁਸੀਂ ਲਾਸਟ ਦੇ ਵਿੱਚ ਹੀ ਜਾਣਾ। ਅੱਛਾ, ਦੂਸਰਾ ਸਾਂ ਇਹ ਪਾਕਿਸਤਾਨ ਦੇ ਵਿੱਚ ਵੇਖਿਆ, ਆਪਣੇ ਇਲਾਕਿਆਂ ਦੇ ਵਿੱਚ, ਦਿਹਾਤੀ ਇਲਾਕਿਆਂ ਦੇ ਵਿੱਚ, ਕਿ ਸਾਡੀ ਫਜ਼ਾ ਜਿਹੜੀ ਹੈ ਨਾ ਆਲੂਦਾ ਹੋ ਗਈ ਹੈ। ਜੀ ਇਹਦੇ ਬਾਰੇ ਚ ਮੈਂ, ਸਾਡਾ ਸਮਝ ਲਓ ਕੋਲ ਮਹੱਲਾ ਕਸ਼ਮੀਰ ਨਗਰ, ਇੱਥੇ ਮੈਂ ਲੱਕੜ ਮੰਡੀ ਵੀ ਜਾਂਦੇ ਆ ਕਿਉਂਕਿ ਮੇਰਾ ਰਸਤੇ 'ਚ ਘਰ ਜੀ। ਹੈ। ਮੈਂ ਆਂਦਿਆਂ ਜਾਂਦਿਆਂ ਟਰੱਕਾਂ ਦੇ ਉੱਤੇ ਲੱਕੜ ਲੱਦੀ ਵੇਖਣਾ, ਟਰਾਲੀਆਂ ਦੇ ਉੱਤੇ ਲੱਦੀ, ਤੇ ਬੜਾ ਦਿਲੀ ਮੈਨੂੰ ਅਫਸੋਸ ਹੁੰਦਾ ਜੀ, ਜੀ। ਕਿ ਸਾਡੀ ਕੌਮ ਲੱਕੜ ਵੱਢੀ ਜਾਂਦੀ ਹੈ, ਜੀ ਦਰਖਤ ਵੱਢੀ ਜਾਂਦੀ ਹੈ, ਜੀ। ਲਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ। ਇਹ ਸਾਡੇ ਸ਼ਹਿਰ ਦੇ ਵਿੱਚ ਸਾਡੇ ਕੁਝ ਅਵਰਸੀਦ ਭਾਈ ਨੇ ਸਾਡੇ, ਉਹਨਾਂ ਨੇ ਪਿੱਛੇ ਜੇ ਕੋਸ਼ਿਸ਼ ਕੀਤੀ ਸੀ ਜਲਾਲਪੁਰ ਜੱਟਾਂ ਦੇ ਵਿੱਚ। ਮੈਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਨਾ, ਜਿਹੜੇ ਵੀ ਮੇਰੇ ਵੀਰ ਭਾਈ ਜਨਾਬ ਜਿਨ੍ਹਾਂ ਨੇ ਉਸ ਸਮੇਂ ਕੋਸ਼ਿਸ਼ ਕਰਕੇ ਸ਼ਹਿਰ ਦੇ ਵਿੱਚ ਕੁਝ ਸ਼ਾਹਰਾਵਾਂ ਦੇ ਉੱਤੇ ਦਰਖਤ ਲਗਾਏ ਨੇ। ਜੀ, ਜੀ। ਮੈਂ ਉਹਨਾਂ ਨੂੰ ਦਿਲੀ ਸਮਝ ਲਓ ਤੌਰ ਤੇ ਐਪਰੀਸ਼ੀਏਟ ਖਰਾਜੇ ਤਹਿਸੀਨ ਵੀ ਪੇਸ਼ ਕਰਨਾ। ਉਸ ਸਵਾਲ ਨਾਲ ਸਾਡੀ ਜਨਾਬ ਤੁਹਾਡੇ ਅੱਗੇ ਸਵਾਲ ਕਰਾਂਗੇ ਜਨਾਬ, ਹਕੂਮਤੀ ਸਤ੍ਹਾ ਤੇ ਇਹਨਾਂ ਦੇ ਉੱਤੇ ਕੀ ਇਕਦਾਮਾਤ ਹੋਣੇ ਚਾਹੀਦੇ ਨੇ ਦਰਖਤ ਲਗਾਉਣ ਦੇ ਬਾਰੇ 'ਚ? ਦੇਖੋ ਮੇਹਰ ਸਾਹਿਬ, ਦਰਖਤ ਜਿਹੜੇ ਨੇ ਸਾਨੂੰ ਇੱਕ ਤੇ ਆਕਸੀਜਨ ਮੁਹੱਈਆ ਕਰਦੇ ਨੇ, ਔਰ ਦੂਸਰਾ ਆਲੂਦਗੀ ਦੇ ਹਵਾਲੇ ਨਾਲ ਵੀ ਬਹੁਤ ਸਾਰਾ ਜਿਹੜਾ ਨਾ ਇਹਦਾ ਅਮਲ ਦਖਲ ਹੈ ਜੀ, ਸ਼ਜਰਕਾਰੀ ਦਾ। ਜੀ ਜੀ ਅਗਰ ਇਹ ਆਪਣਾ ਇਸ ਤਰ੍ਹਾਂ ਸ਼ਜਰਕਾਰੀ ਜਿਹੜੀ ਉਹ ਘਟ ਰਹੀ ਹੈ, ਜਿਸ ਤਰ੍ਹਾਂ ਤੁਸੀਂ ਇਹ ਵੇਖ ਰਹੇ ਹੋ, ਇੱਕ ਵਰਲਡ ਦੇ ਵਿੱਚ ਜਿਹੜਾ ਕਲਾਈਮੈਕਸ ਚੇਂਜ ਆਇਆ, ਜੀ ਜੀ ਇਹਦੇ ਪਿੱਛੇ ਵੀ ਕੀ ਰੀਜ਼ਨ ਹੈ? ਜੀ ਜੀ ਬਈ ਦਰਖਤ ਜਿਹੜੇ ਨੇ ਉਹ ਅਸੀਂ ਕੱਟੀ ਆਉਂਦੇ ਆ ਪਏ। ਜੀ 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 ਹਾਂ ਜੀ, ਤੇ ਉਹਦੇ 'ਚ ਆ ਕੇ ਤੇ ਆਪਣਾ ਇੱਕ ਤੇ ਆਲੂਦਗੀ ਜਿਹੜੀ ਹੈ ਵੱਧ ਰਹੀ ਹੈ, ਜਿਹੜੀ ਰੋਡ ਦੇ ਉੱਤੇ ਟ੍ਰੈਫਿਕ ਜਿਹੜੀ ਉਹ ਚੱਲ ਰਹੀ ਹੈ, ਉਹ ਵੀ ਉਹ ਧੂਆਂ ਜਿਹੜਾ ਹੈ, ਜੀ ਜੀ ਉਹ ਵੀ ਉਹਦੇ ਨਾਲ ਵੀ ਬੜੀਆਂ ਜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲੱਗਦੀਆਂ ਨੇ। ਜੀ, ਜੀ। ਇੱਥੇ ਪਾਕਿਸਤਾਨ ਤੇ ਮੈਂ ਸਮਝਦਾ ਆਲਮੋਸਟ ਐਵਰੀ ਈਅਰ ਜਿਹੜਾ ਨਾ ਉਹ ਕੋਈ ਨਾ ਕੋਈ ਨਵੀਂ ਜਿਹੜਾ ਨਾ ਬਿਮਾਰੀ ਆਈ ਹੁੰਦੀ। ਮੈਂ ਜਿੰਨੀ ਦੇਰ ਮੇਹਰ ਸਾਹਿਬ ਬਾਹਰ ਰਿਹਾ ਵਾਂ, ਜੀ ਜੀ ਮੈਂ ਯਕੀਨ ਕਰਕੇ ਜਾਣੋ ਮਾੜੇ ਵਕਤ ਦਾ ਪਤਾ ਕੋਈ ਨਹੀਂ। ਜੀ ਜੀ ਮੈਂ ਗਾਲਬਨ ਮੇਰਾ ਗਾਲਬ ਗੁਮਾਨ ਹੈ ਕਿ ਮੈਂ ਇੱਕ ਵਾਰੀ ਬਿਮਾਰ ਹੋਇਆ ਵਾਂ। ਮਾਸ਼ਾਅੱਲਾ, ਅੱਲਾਹ ਪਾਕ ਤੰਦਰੁਸਤੀ ਦੇ ਤੁਹਾਨੂੰ। ਜੀ ਹਾਂ, ਲੇਕਿਨ ਇਹ ਇੱਕ ਸਿਹਤ ਤੰਦਰੁਸਤੀ ਆਧਾਰ ਨੇਮਤ ਹੈ। ਜੀ ਜੀ ਲੇਕਿਨ ਉਹ ਜਿਸਲੇ ਮੈਂ ਪਾਕਿਸਤਾਨ ਆਇਆ ਵਾਂ ਤੇ ਇੱਥੇ ਮੈਂ ਦੇਖਿਆ ਕਿ ਹਰ ਸਾਲ ਜਿਹੜਾ ਮੇਰਾ ਪ੍ਰੈਕਟੀਕਲੀ ਤਜਰਬਾ ਹੈ, ਤੁਸੀਂ ਬੜਾ ਹੀ ਆਪਣੇ ਆਪ ਨੂੰ ਕੰਟਰੋਲ ਰੱਖੋ, ਸੇਫ ਰੱਖੋ। ਤੁਹਾਡੀ ਗੱਲ ਵੀ ਚਲੋ, ਤੁਸੀਂ ਵੱਡੇ ਹੋ, ਮੇਰੇ ਤੋਂ ਸੀਨੀਅਰ ਵੀ ਹੋ, ਜੀ, ਤੁਸੀਂ ਬਾਹਰ ਰਹੇ ਹੋ। ਬਾਹਰ ਦਾ ਤੇ ਇੱਥੇ ਦੇ ਮਾਮਲਾ 'ਚ ਬੜਾ ਫਰਕ ਹੈ। ਇੱਥੇ ਇੱਕ ਤੇ ਆਬੋ ਹਵਾ ਦਾ ਫਰਕ ਹੈ, ਜੀ। ਦੂਸਰਾ ਇੱਥੇ ਬਾਹਰ ਜਿਹੜਾ ਨਾ ਬੰਦਾ, ਹਰ ਬੰਦਾ ਭਾਵੇਂ ਮਾੜਾ ਵੀ ਹੈ ਨਾ, ਉੱਥੇ ਖੁਰਾਕ ਮੈਨੇਜਮੈਂਟ ਕਰ ਲੈਂਦਾ। ਜੀ। ਇੱਥੇ ਜਿਹੜਾ ਬੰਦਾ ਮਜ਼ਦੂਰੀ ਪਾ ਕਰਦਾ, ਜਿਹੜਾ ਬੰਦਾ ਗਰੀਬ ਹੈ, ਸਮਝ ਲਓ ਇੱਥੇ ਲੇਬਰ ਹੈ ਸਾਡੀ, ਜੀ ਜੀ ਉਹ ਆਪਣੀ ਖੁਰਾਕ ਵੀ ਪੂਰੀ ਨਹੀਂ ਵੀ ਕਰ ਸਕਦੀ ਇਕੱਲੇ ਬੰਦੇ ਦੀ ਵੀ। ਸਰਕਾਰ ਇੱਥੇ ਉਹ ਸਮਝ ਲਓ 1200 ਰੁਪਏ ਦਿਹਾੜੇ ਇੱਕ ਬੰਦੇ ਦੀ ਮਜ਼ਦੂਰ ਦੀ। ਤੁਸੀਂ ਜਾ ਕੇ ਸੁਬਾਹ ਅੱਡੇ ਤੇ ਜਾਓ, ਤੁਹਾਨੂੰ ਪਤਾ ਲੱਗੇ ਅੱਡੇ, ਇੱਥੇ ਤੁਸੀਂ ਅੱਡੇ ਟਮ ਤੇ ਜਾਓ ਜਨਾਬ, ਤੁਹਾਨੂੰ ਪਤਾ ਲੱਗੇ ਕਿ ਕਿੰਨੀ ਕੁ ਲੇਬਰ ਇੱਥੇ ਬੇਰੁਜ਼ਗਾਰ ਹੈ ਵਿਚਾਰੀ, ਬਹਿ ਕੇ ਸਮਝ ਲਓ ਰੋਜ਼ੇ ਨੇ, ਹੁਣ ਸਮਝ ਲਓ ਬਹਿ ਕੇ ਟੁਰ ਜਾਂਦੇ ਨੇ ਸਮਝੇ। ਉਹ ਖੁਰਾਕ ਦੀ ਵਜ੍ਹਾ ਤੋਂ ਵੀ ਮਾਮਲਾਤ ਚੱਲਦੇ ਨੇ ਪਏ ਕਿ ਬੰਦੇ ਦੀ ਖੁਰਾਕ ਨਹੀਂ ਪੂਰੀ ਹੁੰਦੀ। ਤੁਸੀਂ ਹੁਣ ਮਾਸ਼ਾਅੱਲਾ ਅੱਲਾਹ ਪਾਕ ਨੇ ਤੁਹਾਨੂੰ ਕਾਰਡ ਵੀ ਦਿੱਤੇ ਆ, ਅੱਲਾਹ ਪਾਕ ਨੇ ਜਨਾਬ ਸ਼ੋਹਰਤ ਵੀ ਦਿੱਤੀ ਹੈ, ਤੇ ਉਹ ਨਿਜ਼ਾਮ ਇਸ ਤਰ੍ਹਾਂ ਦਾ ਕਿ ਇੱਥੇ ਜਨਾਬ ਗੁਰਬਤ ਦੀ ਵਜ੍ਹਾ ਤੋਂ ਬੰਦੇ ਦੀ ਖੁਰਾਕ ਵੀ ਨਹੀਂ ਪੂਰੀ ਪੈਂਦੀ। ਜੀ ਜੀ ਇੱਕ ਹੋਰ ਮਸਾਇਲ ਹੈ ਜਨਾਬ, ਸਮਝ ਲਓ ਸਾਡੇ ਸ਼ਹਿਰ ਦਾ ਮੈਂ ਤੁਹਾਨੂੰ ਦੱਸਾਂਗਾ। ਤੋਂ ਇਲਾਵਾ ਸਾਡੇ ਸ਼ਹਿਰ ਦੀਆਂ ਜਨਾਬ ਜਲਾਲਪੁਰ ਜੱਟਾਂ ਦੀਆਂ ਚਾਦਰਾਂ, ਧੁੱਸੇ, ਸ਼ਾਲਾਂ ਜਨਾਬ ਬੜੀਆਂ ਮਸ਼ਹੂਰ ਸਨ। ਉਹ ਜਿਹੜੀਆਂ ਖੱਡੀ ਦੇ ਬਣਦੀਆਂ ਹਨ, ਉਹ ਵੀ ਕੰਮ ਜਿਹੜਾ ਨਾ ਬਿਲਕੁਲ ਘਟ ਗਿਆ ਸਾਡੇ ਸ਼ਹਿਰ 'ਚ। ਉਹ ਦੇਸੀ ਤੇ ਜੁਗਾੜ ਹੋ ਗਿਆ ਖਤਮ। ਲੂਮਾਂ ਦੇ ਹਵਾਲੇ ਨਾਲ ਤੁਸੀਂ ਜਨਾਬ, ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ, ਸਮਝ ਆਈ ਜੇ ਕਿ ਸਮਝ ਲਓ ਅਪੀਲ ਕੀਤੀ ਜਾਣੀ ਚਾਹੀਦੀ ਹੈ ਗੌਰਮੈਂਟ ਅੱਗੇ ਵੀ। ਤੇ ਤੁਸੀਂ ਇਹਦੇ ਬਾਰੇ 'ਚ ਇਜ਼ਹਾਰ ਖਿਆਲ ਵੀ ਕਰੋ ਜਨਾਬ ਕਿ ਇਹ ਇੰਡਸਟਰੀ ਜਿਹੜੀ ਹੈ ਸਾਡੇ ਸ਼ਹਿਰ ਦੀ ਫਿਰ ਦੁਬਾਰਾ ਬਹਾਲ ਹੋਣੀ ਚਾਹੀਦੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜਨਾਬ? ਮੇਹਰ ਸਾਹਿਬ, ਇੰਡਸਟਰੀ ਜਿਹੜੀ ਹੈ ਨਾ, ਦੇਖੋ ਜਿਸਲੇ ਕਿਸੇ ਵੀ ਮੁਲਕ ਦੇ ਵਿੱਚ ਇੰਡਸਟਰੀ ਜਿਹੜੀ ਹੈ ਉਹ ਬਿਹਤਰ ਹੁੰਦੀ ਹੈ, ਮਾਮਲਾਤ ਹੁੰਦੇ ਨੇ ਉਹਦੇ ਵਿੱਚ, ਜਿਹੜਾ ਉਹ ਪ੍ਰੋਡਕਸ਼ਨ ਹੁੰਦੀ ਹੈ, ਤੁਸੀਂ ਬਾਹਰ ਦੂਸਰਿਆਂ ਮੁਲਕਾਂ ਨੂੰ ਚੀਜ਼ਾਂ ਬਣਾ ਕੇ ਆਪਣੀਆਂ ਜਿਹੜੀਆਂ ਨੇ ਉਹ ਤੁਸੀਂ ਵੇਚਦੇ ਹੋ। ਜੀ ਜੀ ਤੁਸੀਂ ਹਮੇਸ਼ਾ ਤੁਹਾਡਾ ਮੁਲਕ ਤਰੱਕੀ ਉਸ ਲਈ ਕਰਦਾ ਹੈ ਜਿਸਲੇ ਤੁਸੀਂ ਮੈਨੂਫੈਕਚਰਿੰਗ ਪਾਕਿਸਤਾਨ ਦੇ ਵਿੱਚ ਕਰਨੀ ਹੈ, ਜਿਹਦੇ ਉੱਤੇ ਲਿਖਿਆ ਹੋਵੇ ਮੇਡ ਇਨ ਪਾਕਿਸਤਾਨ। ਜਿਸ ਲਈ ਅਸੀਂ ਮੇਡ ਇਨ ਆਪਣਾ ਬਾਹਰ ਦੇ ਜਿਹੜੇ ਔਰੇਂਜ ਹੋਣੇ ਨੇ ਉਹ ਅਸੀਂ ਜਿਸਲੇ ਪਰਚੇਜ਼ ਕਰਨੇ ਨੇ, ਉਹ ਸਾਡਾ ਪੈਸਾ ਜਿਹੜਾ ਉਹ ਦੂਜਿਆਂ ਮੁਲਕਾਂ ਦੇ ਵਿੱਚ ਟੁਰ ਜਾਂਦਾ। ਠੀਕ ਹੈ, ਉਸ ਵਜ੍ਹਾ ਤੋਂ ਅਸੀਂ ਅੱਜ ਤੱਕ ਜਿਹੜਾ ਨਾ ਬਹੁਤ ਪਿੱਛੇ ਆ। ਇੰਡਸਟਰੀ ਨੂੰ ਬਹਾਲ ਕਰਨ ਵਾਸਤੇ ਹਕੂਮਤ ਨੂੰ ਜਿਹੜਾ ਨਾ ਉਹ ਅੱਛੇ ਇਕਦਾਮਾਤ ਜਿਹੜੇ ਨੇ ਉਹ ਕਰਨੇ ਚਾਹੀਦੇ। ਕਿਉਂਕਿ ਅਸੀਂ ਛੋਟੇ ਜਿਹੜਾ ਸਾਂ ਆਪਣੇ ਮਹੱਲੇ ਵੀ ਦੇਖਿਆ, ਸਾਡੇ ਮਹੱਲੇ ਬਹੁਤ ਲੂਮਾ ਹਨ, ਪਾਵਰ ਲੂਮਾ ਹਨ। ਜੀ ਉਹ ਆਸਤਾ ਆਸਤਾ ਅਸੀਂ ਦੇਖਦੇ ਜੂੰ ਵੱਡੇ ਹੁੰਦੇ ਗਏ ਆ, ਉਹ ਜਨਾਬ ਖਤਮ ਹੋ ਗਈਆਂ ਨਾ, ਕਾਰੋਬਾਰ ਖਤਮ ਹੋ ਗਿਆ। ਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਕਾਫੀ ਸਾਰੀਆਂ ਐਸੀਆਂ ਮਿਸਾਲਾਂ ਨੇ
ਸ਼ਹਿਰਾਂ ਦੇ ਵਿੱਚ ਆਪਣਾ ਗਲੀਆਂ ਮਹੱਲਿਆਂ ਦੇ ਵਿੱਚ ਉਹ ਆਪਣਾ ਜੀ ਲੂਮਾਂ ਲੱਗੀਆਂ ਹੁੰਦੀਆਂ ਸਨ। ਤੇ ਦੂਸਰਾ ਉਦੋਂ ਜਿਹੜਾ ਕ੍ਰਾਈਮ ਸੀ ਨਾ ਬਹੁਤ ਘੱਟ ਸੀ, ਕਿਉਂਕਿ ਬੰਦੇ ਰਾਤੀ ਜਾਗਦੇ ਰਹਿੰਦੇ ਹਨ, ਲੇਬਰ ਕੰਮ ਕਰਦੀ ਸੀ, ਬੰਦੇ ਆਉਂਦੇ ਜਾਂਦੇ ਰਹਿੰਦੇ ਹਨ, ਕ੍ਰਾਈਮ ਬਹੁਤ ਘੱਟ ਸੀ। ਹੁਣ ਆਬਾਦੀ ਜ਼ਿਆਦਾ ਹੋਣ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਵੀ ਬਹੁਤ ਵੱਧ ਗਏ ਨੇ, ਸਮਝ ਆਈ ਜੇ। ਤੇ ਉਸ ਹਵਾਲੇ ਨਾਲ ਜਨਾਬ ਪੁਲਿਸ ਦਾ, ਪੰਜਾਬ ਪੁਲਿਸ ਦਾ ਅਹਿਮ ਇਕਦਾਮ ਨੇ ਜਨਾਬ, ਉਹਨਾਂ ਵੀ ਆਪਣੀਆਂ ਪੂਰੀਆਂ ਕਾਰਵਾਈਆਂ ਕਰਦਿਆਂ ਹੁਣ ਪੂਰਾ ਉਹਨਾਂ ਤੇ ਕੰਟਰੋਲ ਕੀਤਾ। ਤੇ ਉਸ ਹਵਾਲੇ ਨਾਲ ਜਨਾਬ ਅਸੀਂ ਨਾ ਹੁਣ ਤੁਹਾਡੇ ਕੋਲ ਜਨਾਬ ਸਮਝ ਲਓ ਤੁਹਾਡਾ ਸਾਡੇ ਪ੍ਰੋਗਰਾਮ 'ਚ ਤੁਸੀਂ ਆਏ ਹੋ ਜੀ, ਬਹੁਤ ਤੁਹਾਡਾ ਜਨਾਬ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿ ਤੁਹਾਡਾ ਤੁਸੀਂ ਜਨਾਬ ਮਾਣ ਵਧਾਇਆ ਤੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਜਨਾਬ। ਸਾਡਾ ਕੈਮਰਾਮੈਨ ਚੌਧਰੀ ਸਫਿਆਨ ਵੜੈਚ ਦੇ ਨਾਲ ਮੈਂ ਕਮਰ ਸਮਾਨ ਦੇ ਸਾਹਿਬ ਦੇ ਨਾਲ ਜਨਾਬ ਆਪ ਨੂੰ ਜਨਾਬ ਰਾਜੇ ਤਸੀਮ ਪੇਸ਼ ਕਰਨਾ ਜੀ। ਸ਼ੁਕਰੀਆ, ਅਸਲਾਮ ਅਲੈਕੁਮ, ਥੈਂਕ ਯੂ ਸੋ ਮਚ।